ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ। ਦੋਸਤੋ, ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਹਾਜ਼ਰ ਹੋਏ ਹਾਂ ਦੋਸਤੋ ਤੁਹਾਡੇ ਲਈ ਨਵੀਂ ਕਹਾਣੀ ਲੈ ਕੇ। ਉਮੀਦ ਹੈ ਤੁਸੀਂ ਬੇਹੱਦ ਪਸੰਦ ਕਰੋਗੇ ਅਤੇ ਲਾਈਕ ਸ਼ੇਅਰ ਵੀ ਜ਼ਰੂਰ ਕਰੋਗੇ। ਜੀ ਤੁਸੀਂ ਮੈਨੂੰ ਐਨੇ ਵੱਡੇ ਰੈਸਟੋਰੈਂਟ ਵਿੱਚ ਲੈ ਕੇ ਆ ਗਏ। ਲੋਕ ਕੀ ਕਹਿਣਗੇ ਕਿ ਬੁੱਢੇ ਹੋ ਕੇ ਐਨੇ ਵੱਡੇ ਰੈਸਟੋਰੈਂਟ ਵਿੱਚ ਬੈਠ ਕੇ ਖਾਣਾ ਖਾਂਦੇ ਆ, ਉਹ ਵੀ ਐਨੇ ਮਹਿੰਗੇ ਰੈਸਟੋਰੈਂਟ ਵਿੱਚ। ਅਰੇ ਸ਼ਕੁੰਤਲਾ, ਅੱਜ ਆਪਣੇ ਵਿਆਹ ਦੀ ਸਾਲਗਿਰਾ ਹੈ, ਉਹ ਵੀ 50ਵੀਂ। ਤਾਂ ਮੇਰਾ ਐਨੋ ਕਾ ਹੱਕ ਤਾਂ ਬਣਦਾ ਹੈ ਕਿ ਮੈਂ ਤੈਨੂੰ ਖੁਸ਼ੀ ਦੇ ਸਕਾਂ। ਜਵਾਨੀ ਤਾਂ ਆਪਣੇ ਮਾਤਾ ਪਿਤਾ ਦੀ ਸੇਵਾ ਵਿੱਚ ਅਤੇ ਉਹਨਾਂ ਦੀ ਲੰਮੀ ਬਿਮਾਰੀ ਵਿੱਚ ਸਾਰੇ ਪੈਸੇ ਖਰਚ ਹੋ ਗਏ। ਉਹਨਾਂ ਦੀ ਦਵਾ ਦਾਰੂ ਹਸਪਤਾਲ ਵਿੱਚ ਖਰਚ ਹੋ ਜਾਂਦੇ ਸੀ। ਪਰ ਅੱਜ ਜੋ ਥੋੜ੍ਹੇ ਬਹੁਤ ਬਚਾ ਸਕਿਆ ਹਾਂ, ਉਹਨਾਂ ਨਾਲ ਤਾਂ ਤੈਨੂੰ ਇਹ ਛੋਟੀ ਜਿਹੀ ਖੁਸ਼ੀ ਦੇ ਹੀ ਸਕਦਾ ਹਾਂ ਨਾ। ਹੁਣ ਆਪਣਾ ਬੇਟਾ ਵੀ ਤਾਂ ਵੱਡਾ ਹੋ ਗਿਆ ਹੈ, ਤਾਂ ਆਪਾਂ ਨੂੰ ਕਿਸ ਗੱਲ ਦੀ ਚਿੰਤਾ। ਉਹ ਵੀ ਆਪਣਾ ਨਵਾਂ ਬਿਜ਼ਨਸ ਸ਼ੁਰੂ ਕਰ ਰਿਹਾ ਹੈ। ਮੈਂ ਤਾਂ ਰਿਟਾਇਰ ਹੋ ਚੁੱਕਿਆ ਹਾਂ। ਹੁਣ ਆਪਣਾ ਬੁਢਾਪਾ ਆਰਾਮ ਨਾਲ ਕੱਟਿਆ ਜਾਵੇਗਾ। ਤਾਂ ਸ਼ਿਵਚੰਦ ਜੀ ਆਪਣੀ ਪਤਨੀ ਨੂੰ ਸਰਪ੍ਰਾਈਜ਼ ਦੇਣ ਲਈ ਇੱਕ ਕੇਕ ਆਰਡਰ ਕਰਦੇ ਹਨ ਅਤੇ ਰੈਸਟੋਰੈਂਟ ਵਿੱਚ ਕੇਕ ਕੱਟ ਕੇ ਉੱਥੋਂ ਦੇ ਸਾਰੇ ਵੇਟਰਜ਼ ਨੂੰ ਵੀ ਕੇਕ ਖਵਾਉਂਦੇ ਹਨ ਅਤੇ ਕਹਿੰਦੇ ਹਨ ਕਿ ਅੱਜ ਸਾਡੇ ਵਿਆਹ ਦੀ 50ਵੀਂ ਸਾਲਗਿਰਾ ਹੈ। ਸ਼ਕੁੰਤਲਾ ਜੀ ਤਾਂ ਸ਼ਰਮ ਨਾਲ ਲਾਲ ਪੀਲੀ ਹੋ ਗਈ ਅਤੇ ਉਸਨੇ ਕਿਹਾ, ਛੱਡੋ ਜੀ, ਇਹ ਸਭ ਤੁਸੀਂ ਕੀ ਕਰ ਰਹੇ ਹੋ? ਅਤੇ ਹੁਣ ਬਸ ਬਹੁਤ ਹੋ ਗਿਆ, ਚਲੋ ਘਰ ਚੱਲਦੇ ਹਾਂ। ਫਿਰ ਸ਼ਿਵਚੰਦ ਜੀ ਆਪਣੇ ਮੂੰਹ ਵਿੱਚ ਇੱਕ ਗੀਤ ਗੁਣਗੁਣਾਉਂਦੇ ਹਨ ਤੇ ਆਪਣੀ ਪਤਨੀ ਦੇ ਹੱਥਾਂ ਵਿੱਚ ਹੱਥ ਪਾਉਂਦੇ ਹੋਏ ਇੱਕ ਆਟੋ ਵਿੱਚ ਬੈਠਦੇ ਹਨ ਅਤੇ ਘਰ ਪਹੁੰਚ ਜਾਂਦੇ ਹਨ। ਉਸ ਸਮੇਂ ਉਹਨਾਂ ਨੇ ਕੁਝ ਅਜਿਹਾ ਦੇਖਿਆ ਕਿ ਉਹਨਾਂ ਦੇ ਹੋਸ਼ ਉੱਡ ਗਏ ਅਤੇ ਉਹਨਾਂ ਦੇ ਸਾਹ ਉੱਪਰ ਨੀਚੇ ਹੋਣ ਲੱਗੇ। ਉਹਨਾਂ ਦੇ ਘਰ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਅਤੇ ਲਾਈਟ ਵੀ ਜਗ ਰਹੀ ਸੀ, ਜਦੋਂ ਕਿ ਇਸ ਸਮੇਂ ਘਰ ਵਿੱਚ ਕੋਈ ਨਹੀਂ ਸੀ। ਬੇਟਾ ਵੀ ਸ਼ਹਿਰ ਕਿਸੇ ਕੰਮ ਲਈ ਗਿਆ ਹੋਇਆ ਸੀ। ਸ਼ਿਵਚੰਦ ਜੀ ਦੇਖਦੇ ਹਨ ਕਿ ਉਹਨਾਂ ਦੇ ਘਰ 3-4 ਗੁੰਡੇ ਵੜ ਗਏ ਸਨ ਅਤੇ ਉਹਨਾਂ ਨੇ ਦਰਵਾਜ਼ਾ ਵੀ ਤੋੜ ਦਿੱਤਾ ਸੀ। ਸ਼ਕੁੰਤਲਾ ਜੀ ਘਬਰਾਉਂਦੇ ਹੋਏ ਕਹਿੰਦੀ ਹੈ, ਭਾਈ ਸਾਹਿਬ, ਤੁਸੀਂ ਕੌਣ ਹੋ ਅਤੇ ਇੱਦਾਂ ਤੁਸੀਂ ਮੇਰੇ ਘਰ ਵਿੱਚ ਬਿਨਾਂ ਪੁੱਛੇ ਹੀ ਕਿਵੇਂ ਵੜ ਗਏ? ਤੁਸੀਂ ਇੱਥੋਂ ਜਾਂਦੇ ਹੋ ਜਾਂ ਫਿਰ ਮੈਂ ਪੁਲਿਸ ਨੂੰ ਬੁਲਾਵਾਂ? ਤਾਂ ਉਹਨਾਂ ਵਿੱਚੋਂ ਇੱਕ ਆਦਮੀ, ਜਿਸ ਦਾ ਨਾਮ ਮੋਹਨ ਸੀ, ਨੇ ਹੱਸਦੇ ਹੋਏ ਕਿਹਾ, ਇਹ ਤੁਹਾਡਾ ਘਰ ਨਹੀਂ ਹੈ, ਇਹ ਘਰ ਹੁਣ ਸਾਡਾ ਹੈ। ਇਹ ਦੇਖੋ ਘਰ ਦੇ ਸਾਰੇ ਕਾਗਜ਼। ਇਸ ਘਰ ਦੇ ਮਾਲਕ ਨੇ ਇਹ ਘਰ ਸਾਨੂੰ ਵੇਚਿਆ ਹੈ। ਸ਼ਿਵਚੰਦ ਜੀ ਨੇ ਕਿਹਾ, ਮੈਂ ਇਹ ਘਰ ਤੁਹਾਨੂੰ ਕਦੋਂ ਵੇਚਿਆ ਹੈ? ਤੁਸੀਂ ਝੂਠ ਬੋਲ ਰਹੇ ਹੋ ਅਤੇ ਤੁਸੀਂ ਇਹ ਕੀ ਲਗਾ ਰੱਖਿਆ ਹੈ ਕਿ ਮੇਰਾ ਘਰ ਮੇਰਾ ਘਰ? ਇਹ ਸਾਡਾ ਘਰ ਹੈ। ਮੋਹਨ ਨੇ ਕਿਹਾ ਕਿ ਅਸੀਂ ਕੋਈ ਗੁੰਡੇ ਨਹੀਂ ਹਾਂ, ਮੇਰਾ ਨਾਮ ਮੋਹਨ ਹੈ ਅਤੇ ਤੇਰੇ ਬੇਟੇ ਨੇ ਇਹ ਘਰ ਮੈਨੂੰ ਵੇਚਿਆ ਹੈ। ਇਹ ਦੇਖੋ, ਇਹਨਾਂ ਸਾਰੇ ਕਾਗਜ਼ਾਂ 'ਤੇ ਮੇਰੇ ਸਾਈਨ ਹਨ। ਮੈਂ ਉਸ ਤੋਂ ਇਹ ਘਰ ਪੂਰੇ 50 ਲੱਖ ਰੁਪਏ ਦਾ ਖਰੀਦਿਆ ਹੈ। ਇਸ ਲਈ ਹੁਣ ਇਹ ਘਰ ਮੇਰਾ ਹੈ ਅਤੇ ਤੁਸੀਂ ਇਸ ਘਰ ਵਿੱਚੋਂ ਨਿਕਲ ਜਾਓ। ਅਤੇ ਫਿਰ ਮੋਹਨ ਉਹਨਾਂ ਦੋਹਾਂ ਨੂੰ ਘਰ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿੰਦਾ ਹੈ। ਸ਼ਿਵਚੰਦ ਜੀ ਅਤੇ ਸ਼ਕੁੰਤਲਾ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗਦੇ ਹਨ ਕਿ ਇਹ ਸਭ ਕੀ ਹੋ ਰਿਹਾ ਹੈ। ਉਹਨਾਂ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਕਦੋਂ ਉਹਨਾਂ ਦਾ ਬੇਟਾ ਇਹ ਘਰ ਮੋਹਨ ਨੂੰ ਵੇਚ ਕੇ ਚਲਿਆ ਗਿਆ। ਸੁਣੋ ਬੇਟਾ, ਸਾਡੀ ਗੱਲ ਤਾਂ ਸੁਣੋ। ਅਸੀਂ ਇਸ ਵਕਤ ਕਿੱਥੇ ਜਾਵਾਂਗੇ? ਇਸ ਘਰ ਦੇ ਇੱਕ ਕਮਰੇ ਵਿੱਚ ਅਸੀਂ ਰਹਿ ਲਵਾਂਗੇ। ਤੁਸੀਂ ਚਾਹੋ ਤਾਂ ਸਾਡੇ ਤੋਂ ਘਰ ਦਾ ਕੰਮ ਕਰਵਾ ਲਓ, ਚਾਹੇ ਮਜ਼ਦੂਰੀ ਕਰਵਾ ਲਓ, ਪਰ ਅਸੀਂ ਕਿੱਥੇ ਜਾਵਾਂਗੇ? ਹੁਣ ਤਾਂ ਕਾਫੀ ਰਾਤ ਹੋ ਚੁੱਕੀ ਹੈ। ਮੋਹਨ ਨੇ ਕਿਹਾ ਕਿ ਮੈਂ ਕੋਈ ਬਿਰਧ ਆਸ਼ਰਮ ਨਹੀਂ ਖੋਲ੍ਹਿਆ ਹੈ ਕਿ ਮੈਂ ਇੱਥੇ ਸਾਰੇ ਗਰੀਬਾਂ ਨੂੰ ਮੁਫਤ ਵਿੱਚ ਰਹਿਣ ਦੇਵਾਂ। ਮੇਰਾ ਵੀ ਪਰਿਵਾਰ ਹੈ ਅਤੇ ਮੈਂ ਇੱਥੇ ਇੱਕ ਵੱਡਾ ਹੋਟਲ ਬਣਾਉਣਾ ਚਾਹੁੰਦਾ ਹਾਂ। ਇਸ ਲਈ ਤੁਸੀਂ ਹੁਣੇ ਹੀ ਇੱਥੋਂ ਨਿਕਲੋ। ਅਤੇ ਤੁਹਾਡੇ ਬੇਟੇ ਨੇ ਤੁਹਾਡੇ ਨਾਲ ਕੀ ਕੀਤਾ ਹੈ, ਇਹ ਮੈਨੂੰ ਨਹੀਂ ਪਤਾ, ਪਰ ਮੈਨੂੰ ਮੇਰਾ ਘਰ ਖਾਲੀ ਚਾਹੀਦਾ ਹੈ। ਅਤੇ ਫਿਰ ਮੋਹਨ ਉਹਨਾਂ ਦਾ ਸਮਾਨ ਕੱਢ ਕੇ ਬਾਹਰ ਸੁੱਟਣ ਲੱਗਦਾ ਹੈ। ਸ਼ਿਵਚੰਦ ਜੀ ਜਦੋਂ ਅੰਦਰ ਜਾ ਕੇ ਆਪਣੀ ਤਿਜੋਰੀ ਖੋਲ੍ਹਦੇ ਹਨ ਤਾਂ ਤਿਜੋਰੀ ਬਿਲਕੁਲ ਖਾਲੀ ਸੀ। ਕੋਈ ਵੀ ਕੈਸ਼, ਸੋਨਾ ਚਾਂਦੀ ਨਹੀਂ ਸੀ। ਸਾਰਾ ਕੁਝ ਲੁੱਟਿਆ ਗਿਆ ਸੀ ਅਤੇ ਉਹ ਆਪਣੀ ਛਾਤੀ ਪਿੱਟਣ ਲੱਗਿਆ, ਸ਼ਕੁੰਤਲਾ, ਆਪਾਂ ਤਾਂ ਬਰਬਾਦ ਹੋ ਗਏ। ਇਹ ਕਿਹੋ ਜਿਹਾ ਦਿਨ ਦਿਖਾ ਗਿਆ ਆਪਣਾ ਬੇਟਾ? ਪਤਾ ਨਹੀਂ ਉਹ ਕਿੱਥੇ ਹੈ, ਉਸਦਾ ਤਾਂ ਕੋਈ ਅਤਾ ਪਤਾ ਨਹੀਂ ਹੈ। ਹਾਏ ਰੱਬਾ, ਉਹ ਤਾਂ ਸਾਨੂੰ ਲੁੱਟ ਕੇ ਭੱਜ ਗਿਆ। ਸਾਡਾ ਬੇਟਾ ਹੋਣ ਦਾ ਉਸਨੇ ਖੂਬ ਫਰਜ਼ ਨਿਭਾਇਆ ਹੈ ਸ਼ਕੁੰਤਲਾ। ਸਾਨੂੰ ਇਸ ਤਰ੍ਹਾਂ ਬਰਬਾਦ ਕਰਕੇ ਸਾਨੂੰ ਸਾਡੇ ਬੇਟੇ ਨੇ ਕਿਤੇ ਵੀ ਮੂੰਹ ਦਿਖਾਉਣ ਦੇ ਲਾਇਕ ਨਹੀਂ ਛੱਡਿਆ। ਐਦਾਂ ਨਾ ਕਹੋ ਜੀ, ਸਭ ਠੀਕ ਹੋ ਜਾਵੇਗਾ, ਸ਼ਕੁੰਤਲਾ ਨੇ ਕਿਹਾ ਅਤੇ ਫਿਰ ਦੋਵੇਂ ਆਪਣਾ ਸਮਾਨ ਲੈ ਕੇ ਘਰ ਦੇ ਵਿਹੜੇ ਵਿੱਚ ਬੈਠ ਗਏ ਤੇ ਸੋਚਣ ਲੱਗੇ ਕਿ ਹੁਣ ਕਿੱਥੇ ਜਾਈਏ। ਰਾਤ ਕਾਫੀ ਹੋ ਚੁੱਕੀ ਸੀ, ਇਸ ਲਈ ਦੋਹੇਂ ਘਰ ਦੇ ਨੇੜੇ ਹੀ ਠਹਿਰੇ ਅਤੇ ਜਦੋਂ ਸੁਬਾਹ ਹੋਈ ਤਾਂ ਸੋਚਿਆ
ਸ਼ਾਇਦ ਘਰ ਦੇ ਮਾਲਕ ਨੂੰ ਸਾਡੇ 'ਤੇ ਤਰਸ ਆ ਜਾਵੇ ਅਤੇ ਘਰ ਵਿੱਚ ਰਹਿਣ ਦੇ ਦੇਵੇ। ਪਰ ਮੋਹਨ ਨੇ ਕੁਝ ਬੰਦਿਆਂ ਨੂੰ ਭੇਜ ਕੇ ਉਹਨਾਂ ਨੂੰ ਉੱਥੋਂ ਰਫਾ-ਦਫਾ ਕਰਵਾ ਦਿੱਤਾ। ਤਾਂ ਉਹ ਸੋਚਣ ਲੱਗੇ ਕਿ ਹੁਣ ਆਪਾਂ ਕਿੱਥੇ ਜਾਈਏ। ਸ਼ਕੁੰਤਲਾ ਜੀ ਕਹਿਣ ਲੱਗੀ, ਇਸ ਸ਼ਹਿਰ ਵਿੱਚ ਆਪਣਾ ਤਾਂ ਕੋਈ ਵੀ ਨਹੀਂ ਹੈ ਕਿ ਕਿਸ ਦੇ ਘਰ ਜਾਈਏ। ਤਾਂ ਸ਼ਿਵਚੰਦ ਜੀ ਨੇ ਕਿਹਾ ਕਿ ਸ਼ਕੁੰਤਲਾ ਤੂੰ ਚਿੰਤਾ ਨਾ ਕਰ, ਕਿਤੇ ਨਾ ਕਿਤੇ ਰਹਿਣ ਦਾ ਪ੍ਰਬੰਧ ਜ਼ਰੂਰ ਕਰ ਲਵਾਂਗੇ। ਤਾਂ ਫਿਰ ਸ਼ਿਵਚੰਦ ਜੀ ਕਹਿਣ ਲੱਗੇ ਕਿ ਸ਼ਕੁੰਤਲਾ ਇਸ ਸ਼ਹਿਰ ਵਿੱਚ ਮੇਰਾ ਇੱਕ ਦੋਸਤ ਹੈ, ਸ਼ਾਇਦ ਉਹ ਆਪਣੀ ਇਸ ਔਖੀ ਘੜੀ ਵਿੱਚ ਕੰਮ ਆ ਜਾਵੇ। ਚਲੋ ਆਪਾਂ ਉਸ ਦੇ ਘਰ ਚੱਲਦੇ ਹਾਂ। ਉਹ ਆਪਣੇ ਦੋਸਤ ਬਲਰਾਮ ਜੀ ਦੇ ਘਰ ਪਹੁੰਚਦੇ ਹਨ ਅਤੇ ਸ਼ਿਵਚੰਦ ਜੀ ਉਹਨਾਂ ਦਾ ਦਰਵਾਜ਼ਾ ਖੜਕਾਉਂਦੇ ਹਨ। ਤਾਂ ਉਸ ਦਾ ਬੇਟਾ ਬਾਹਰ ਆਇਆ ਤੇ ਉਸਨੇ ਕਿਹਾ, ਹਾਂਜੀ ਕਿਸ ਨੂੰ ਮਿਲਣਾ ਹੈ? ਅੰਦਰੋਂ ਖੂਬ ਰੋਣ ਧੋਣ ਦੀ ਆਵਾਜ਼ ਆਉਂਦੀ ਹੈ ਅਤੇ ਸ਼ਿਵਚੰਦ ਜੀ ਰੋਣ ਦੀ ਆਵਾਜ਼ ਸੁਣ ਕੇ ਘਬਰਾ ਜਾਂਦੇ ਹਨ। ਫਿਰ ਸ਼ਿਵਚੰਦ ਜੀ ਕਹਿੰਦੇ ਹਨ ਕਿ ਬੇਟਾ ਬਲਰਾਮ ਜੀ ਕਿੱਥੇ ਹਨ? ਅਸੀਂ ਉਸ ਨੂੰ ਮਿਲਣਾ ਹੈ। ਤਾਂ ਉਸਦੇ ਬੇਟੇ ਨੇ ਕਿਹਾ ਕਿ ਅੰਕਲ ਜੀ, ਪਿਤਾ ਜੀ ਤਾਂ ਇਸ ਦੁਨੀਆ ਵਿੱਚ ਨਹੀਂ ਰਹੇ ਅਤੇ ਬਸ ਹੁਣ ਅਸੀਂ ਥੋੜ੍ਹੀ ਦੇਰ ਬਾਅਦ ਹੀ ਉਹਨਾਂ ਦਾ ਅੰਤਿਮ ਸੰਸਕਾਰ ਕਰਨ ਲਈ ਜਾ ਰਹੇ ਹਾਂ। ਇਹ ਖਬਰ ਸੁਣ ਕੇ ਸ਼ਿਵਚੰਦ ਜੀ ਨੂੰ ਬਹੁਤ ਦੁੱਖ ਹੋਇਆ ਅਤੇ ਉਹ ਆਪਣੇ ਦੋਸਤ ਦੀ ਡੈੱਡ ਬੋਡੀ ਨੂੰ ਜੱਫੀ ਪਾ ਕੇ ਰੋਣ ਲੱਗੇ ਕਿ ਦੋਸਤ ਤੂੰ ਵੀ ਛੱਡ ਕੇ ਚਲਾ ਗਿਆ। ਤੂੰ ਤਾਂ ਮੈਨੂੰ ਕਹਿੰਦਾ ਹੁੰਦਾ ਸੀ ਕਿ ਜਦੋਂ ਵੀ ਮੇਰੀ ਜ਼ਰੂਰਤ ਹੋਵੇਗੀ ਮੈਂ ਤੇਰੇ ਨਾਲ ਖੜਾ ਹੋਵਾਂਗਾ, ਪਰ ਦੋਸਤ ਅੱਜ ਤਾਂ ਤੂੰ ਉੱਠ ਵੀ ਨਹੀਂ ਪਾ ਰਿਹਾ। ਬਲਰਾਮ ਜੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਜਦੋਂ ਸ਼ਿਵਚੰਦ ਜੀ ਅਤੇ ਸ਼ਕੁੰਤਲਾ ਜੀ ਉਹਨਾਂ ਦੇ ਘਰੋਂ ਵਾਪਸ ਜਾਣ ਲੱਗੇ ਤਾਂ ਉਹਨਾਂ ਦੇ ਬੇਟੇ ਗੌਰਵ ਨੇ ਕਿਹਾ, ਅੰਕਲ ਜੀ ਕੀ ਤੁਹਾਨੂੰ ਕੋਈ ਪਰੇਸ਼ਾਨੀ ਹੈ? ਨਹੀਂ ਬੇਟਾ, ਅਜਿਹੀ ਕੋਈ ਗੱਲ ਨਹੀਂ ਹੈ। ਅਤੇ ਉਹ ਉਹਨਾਂ ਦੇ ਘਰੋਂ ਜਾਣ ਹੀ ਲੱਗਦੇ ਹਨ। ਤਾਂ ਗੌਰਵ ਨੇ ਕਿਹਾ, ਅੰਕਲ ਜੀ ਤੁਸੀਂ ਮੈਨੂੰ ਆਪਣੇ ਬੇਟੇ ਦੀ ਤਰ੍ਹਾਂ ਹੀ ਸਮਝੋ। ਜੇਕਰ ਪਿਤਾ ਜੀ ਨਹੀਂ ਹਨ ਤਾਂ ਕੀ ਹੋਇਆ? ਅੱਜ ਵੀ ਤੁਹਾਡਾ ਇਸ ਘਰ ਵਿੱਚ ਓਨਾ ਹੀ ਹੱਕ ਹੈ ਜਿੰਨਾ ਪਹਿਲਾਂ ਸੀ। ਅੰਕਲ ਜੀ ਆਪਣੀ ਪਰੇਸ਼ਾਨੀ ਦੱਸੋ ਅਤੇ ਮੈਨੂੰ ਆਪਣਾ ਹੀ ਬੇਟਾ ਸਮਝੋ। ਬੇਟਾ ਸ਼ਬਦ ਸੁਣ ਕੇ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਬੇਟਾ, ਮੈਂ ਇੱਥੇ ਬਲਰਾਮ ਜੀ ਤੋਂ ਕੁਝ ਮਦਦ ਮੰਗਣ ਲਈ ਆਇਆ ਸੀ, ਕਿਉਂਕਿ ਮੇਰੇ ਬੇਟੇ ਨੇ ਮੇਰਾ ਘਰ ਵੇਚ ਦਿੱਤਾ ਅਤੇ ਅਸੀਂ ਬੇਘਰ ਹੋ ਗਏ ਹਾਂ। ਸੋਚਿਆ ਸੀ ਕਿ ਬਲਰਾਮ ਜੀ ਕੁਝ ਮਦਦ ਕਰ ਦੇਣਗੇ, ਪਰ ਹੁਣ ਤਾਂ ਉਹ ਵੀ ਇਸ ਦੁਨੀਆ ਵਿੱਚ ਨਹੀਂ ਰਹੇ। ਅੰਕਲ ਜੀ ਜੇਕਰ ਪਿਤਾ ਜੀ ਨਹੀਂ ਹਨ ਤਾਂ ਕੀ ਹੋਇਆ? ਮੈਂ ਤਾਂ ਹਾਂ, ਮੈਂ ਤੁਹਾਡੀ ਹਰ ਮੁਮਕਿਨ ਮਦਦ ਕਰਾਂਗਾ। ਤੁਸੀਂ ਇਸ ਘਰ ਨੂੰ ਆਪਣਾ ਹੀ ਘਰ ਸਮਝੋ। ਤੁਸੀਂ ਮੇਰੇ ਘਰ ਵਿੱਚ ਰਹਿ ਸਕਦੇ ਹੋ ਅਤੇ ਤੁਹਾਨੂੰ ਕੋਈ ਵੀ ਪਰੇਸ਼ਾਨੀ ਨਹੀਂ ਹੋਵੇਗੀ। ਮੇਰਾ ਸਕਾ ਬੇਟਾ ਤਾਂ ਆਪਣਾ ਨਹੀਂ ਨਿਕਲਿਆ, ਪਰ ਬੇਟਾ ਤੂੰ ਜਿਸ ਆਪਣੇਪਣ ਨਾਲ ਮੇਰੇ ਨਾਲ ਗੱਲ ਕੀਤੀ ਹੈ, ਇਹੀ ਬਹੁਤ ਹੈ। ਬਸ ਰਹਿਣ ਲਈ ਛੱਤ ਮਿਲ ਜਾਵੇ, ਆਪਣੀ ਰੋਜੀ ਰੋਟੀ ਦਾ ਪ੍ਰਬੰਧ ਤਾਂ ਮੈਂ ਖੁਦ ਹੀ ਕਰ ਲਵਾਂਗਾ। ਅੰਕਲ ਜੀ ਇੱਕ ਪਾਸੇ ਤਾਂ ਤੁਸੀਂ ਬੇਟਾ ਕਹਿੰਦੇ ਹੋ ਅਤੇ ਦੂਜੇ ਪਾਸੇ ਇਹ ਕਹਿ ਕੇ ਮੈਨੂੰ ਪਰਾਇਆ ਕਰ ਰਹੇ ਹੋ। ਅੰਕਲ ਜੀ ਪਿੱਛੇ ਦਾ ਗੈਸਟ ਹਾਊਸ ਖਾਲੀ ਹੈ, ਜੇਕਰ ਤੁਸੀਂ ਚਾਹੋ ਤਾਂ ਉੱਥੇ ਰਹਿ ਸਕਦੇ ਹੋ। ਫਿਰ ਸ਼ਿਵਚੰਦ ਤੇ ਸ਼ਕੁੰਤਲਾ ਜੀ ਆਪਣਾ ਸਮਾਨ ਲੈ ਕੇ ਗੈਸਟ ਰੂਮ ਵਿੱਚ ਚਲੇ ਗਏ। ਗੌਰਵ ਨੇ ਕਿਹਾ, ਅੰਕਲ ਜੀ ਜਦੋਂ ਤੱਕ ਤੁਹਾਨੂੰ ਕੋਈ ਨੌਕਰੀ ਨਹੀਂ ਮਿਲ ਜਾਂਦੀ ਜਾਂ ਤੁਸੀਂ ਕੋਈ ਕੰਮ ਨਹੀਂ ਲੱਭ ਲੈਂਦੇ, ਉਦੋਂ ਤੱਕ ਤੁਸੀਂ ਇੱਥੇ ਆਰਾਮ ਨਾਲ ਰਹਿ ਸਕਦੇ ਹੋ। ਵੈਸੇ ਵੀ ਇਸ ਉਮਰ ਵਿੱਚ ਕੌਣ ਕੰਮ ਕਰਦਾ ਹੈ? ਬੁਢਾਪੇ ਵਿੱਚ ਤਾਂ ਬੇਟੇ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਮਾਤਾ ਪਿਤਾ ਦਾ ਖਿਆਲ ਰੱਖੇ। ਪਰ ਕੋਈ ਗੱਲ ਨਹੀਂ ਅੰਕਲ ਜੀ, ਤੁਸੀਂ ਇੱਥੇ ਆਰਾਮ ਨਾਲ ਰਹੋ। ਅਤੇ ਚਲੋ ਅੰਕਲ ਜੀ ਹੁਣ ਤੁਸੀਂ ਕੁਝ ਖਾ ਲਓ। ਅੰਕਲ ਜੀ ਤੁਹਾਡੇ ਵਿੱਚੋਂ ਮੈਨੂੰ ਆਪਣੇ ਪਿਤਾ ਜੀ ਨਜ਼ਰ ਆਉਂਦੇ ਹਨ। ਮੈਨੂੰ ਲੱਗ ਰਿਹਾ ਹੈ ਕਿ ਮੈਨੂੰ ਮੇਰੇ ਖੋਏ ਹੋਏ ਪਿਤਾ ਜੀ ਵਾਪਸ ਮਿਲ ਗਏ। ਚਲੋ ਅੰਕਲ ਜੀ ਤੁਸੀਂ ਖਾਣਾ ਖਾ ਲਓ, ਕਦੋਂ ਦੇ ਭੁੱਖੇ ਬੈਠੇ ਹੋ। ਠੀਕ ਹੈ ਬੇਟਾ, ਤੂੰ ਕਹਿੰਦਾ ਹੈ ਤਾਂ ਖਾ ਲੈਂਦਾ ਹਾਂ। ਗੌਰਵ ਨੇ ਕਿਹਾ, ਅੰਕਲ ਜੀ ਮੈਂ ਸਮਝ ਰਿਹਾ ਹਾਂ ਤੇ ਤੁਹਾਡੇ 'ਤੇ ਕੀ ਬੀਤ ਰਹੀ ਹੈ। ਜੋ ਤੁਹਾਡੇ ਬੇਟੇ ਨੇ ਜ਼ਖਮ ਦਿੱਤਾ ਹੈ ਉਹ ਇੰਨੀ ਜਲਦੀ ਨਹੀਂ ਭਰਿਆ ਜਾ ਸਕਦਾ। ਨੀਲਮ ਜਲਦੀ ਨਾਲ ਅੰਕਲ ਆਂਟੀ ਲਈ ਖਾਣਾ ਲਗਾਓ। ਤਾਂ ਨੀਲਮ ਨੇ ਕਿਹਾ, ਜ਼ਰਾ ਇੱਕ ਮਿੰਟ ਗੱਲ ਸੁਣਨਾ ਜੀ। ਤੁਸੀਂ ਵੀ ਕਿਹੋ ਜਿਹੇ ਭਿੱਖ ਮੰਗੇ ਲੋਕਾਂ ਨੂੰ ਘਰੇ ਬੁਲਾ ਲੈਂਦੇ ਹੋ। ਮੇਰੇ ਕੋਲੋਂ ਆਪਣਾ ਖੁਦ ਦਾ ਖਾਣਾ ਤਾਂ ਬਣਾਇਆ ਨਹੀਂ ਜਾਂਦਾ ਅਤੇ ਹੁਣ ਇਹਨਾਂ ਦੋਹਾਂ ਬੁੱਢਿਆਂ ਦਾ ਖਾਣਾ ਵੀ ਮੈਂ ਬਣਾਵਾਂ। ਹਾਲੇ ਤਾਂ ਸਾਰੇ ਮਹਿਮਾਨ ਵੀ ਨਹੀਂ ਗਏ। ਮੈਂ ਉਹਨਾਂ ਦੀ ਖਾਤਰਦਾਰੀ ਕਰਾਂ ਜਾਂ ਫਿਰ ਇਹਨਾਂ ਦੀ? ਕੀ ਤੁਸੀਂ ਘਰ ਵਿੱਚ ਬਿਰਧ ਆਸ਼ਰਮ ਜਾਂ ਅਨਾਥ ਆਸ਼ਰਮ ਖੋਲ੍ਹ ਰੱਖਿਆ ਹੈ ਜੋ ਮੈਂ ਕਿਸੇ ਵੀ ਆਏ ਗਏ ਨੂੰ ਖਾਣਾ ਖਵਾਉਂਦੀ ਰਹਾਂ? ਨੀਲਮ ਤੇਰੇ ਵਿੱਚ ਥੋੜ੍ਹੀ ਬਹੁਤ ਸ਼ਰਮ ਲਿਹਾਜ਼ ਹੈ ਜਾਂ ਨਹੀਂ? ਇਹ ਪਿਤਾ ਜੀ ਦੇ ਦੋਸਤ ਹਨ। ਆਪਾਂ ਇਹਨਾਂ ਨੂੰ ਇਸ ਲਈ ਨਹੀਂ ਜਾਣਦੇ ਕਿਉਂਕਿ ਆਪਾਂ ਇੱਥੇ ਰਹਿੰਦੇ ਹੀ ਨਹੀਂ ਸੀ। 1 ਸਾਲ ਪਹਿਲਾਂ ਹੀ ਤਾਂ ਆਪਾਂ ਇੱਥੇ ਸ਼ਿਫਟ ਹੋਏ ਹਾਂ। ਵਿਚਾਰੇ ਅੰਕਲ ਜੀ ਬਹੁਤ ਪਰੇਸ਼ਾਨ ਹਨ ਕਿਉਂਕਿ ਉਹਨਾਂ ਦੇ ਬੇਟੇ ਨੇ ਉਹਨਾਂ ਤੋਂ ਧੋਖੇ ਨਾਲ ਘਰ ਖੋਹ ਲਿਆ ਅਤੇ ਹੁਣ ਵੇਚ ਕੇ ਲਾਪਤਾ ਹੋ ਗਿਆ। ਨਾ ਜਾਣੇ ਕਿਹੋ ਜਿਹਾ ਕਲਯੁਗ ਆ ਗਿਆ। ਮੈਨੂੰ ਤਾਂ ਸੋਚ ਕੇ ਹੀ ਡਰ ਲੱਗ ਰਿਹਾ ਹੈ।
ਤਾਂ ਨੀਲਮ ਨੇ ਕਿਹਾ, ਜੀ ਤੁਹਾਨੂੰ ਬੇਵਕੂਫ ਬਣਾਉਣਾ ਬੜਾ ਸੌਖਾ ਹੈ। ਕੋਈ ਵੀ ਤੁਹਾਡੇ ਕੋਲ ਆ ਕੇ ਦੁੱਖ ਭਰੀਆਂ ਗੱਲਾਂ ਸੁਣਾਵੇ ਤਾਂ ਤੁਸੀਂ ਉਸ ਦਾ ਯਕੀਨ ਕਰ ਲੈਂਦੇ ਹੋ। ਮੇਰੇ ਤੋਂ ਨਹੀਂ ਹੋਵੇਗਾ ਕੰਮ, ਮੈਂ ਖਾਣਾ ਨਹੀਂ ਬਣਾਵਾਂਗੀ। ਕਦੇ ਤੁਸੀਂ ਇੱਕ ਚਮਚ ਵੀ ਇੱਧਰ ਤੋਂ ਉੱਧਰ ਉਠਾਇਆ ਹੈ? ਬਸ ਖਾਣਾ ਬਣਾਉਣ ਲਈ ਆਰਡਰ ਦਿੰਦੇ ਰਹਿੰਦੇ ਹੋ। ਮੈਂ ਕੀ ਕੋਲੂ ਦਾ ਬੈਲ ਹਾਂ ਕਿ ਬਸ ਜਦੋਂ ਮਨ ਵਿੱਚ ਆਇਆ ਤਾਂ ਚਰਾਉਣ ਲੱਗ ਜਾਂਦੇ ਹੋ? ਕੀ ਜ਼ਰੂਰਤ ਸੀ ਸਰਵਣ ਕੁਮਾਰ ਬਣਨ ਦੀ? ਹਾਲੇ ਤਾਂ ਬੁੱਢੇ ਤੋਂ ਛੁਟਕਾਰਾ ਹੀ ਪਾਇਆ ਸੀ। ਨੀਲਮ ਦੇ ਇੰਨਾ ਕਹਿੰਦੇ ਹੀ ਗੌਰਵ ਉਸ ਦੀ ਗੱਲ 'ਤੇ ਇੱਕ ਜ਼ੋਰਦਾਰ ਥੱਪੜ ਜੜ ਦਿੰਦਾ ਹੈ। ਨੀਲਮ ਇੰਨੀ ਉੱਚੀ ਆਵਾਜ਼ ਵਿੱਚ ਬੋਲ ਰਹੀ ਸੀ ਕਿ ਕਮਰੇ ਵਿੱਚ ਬੈਠੇ ਸ਼ਿਵ ਚੰਦ ਜੀ ਅਤੇ ਉਹਨਾਂ ਦੀ ਪਤਨੀ ਸੁਣ ਲੈਂਦੀ ਹੈ। ਬਿਨਾਂ ਕੁਝ ਕਹੇ ਉਹ ਦੋਵੇਂ ਉੱਥੋਂ ਚੁੱਪਚਾਪ ਚਲੇ ਜਾਂਦੇ ਹਨ। ਜਦੋਂ ਗੌਰਵ ਗੈਸਟ ਰੂਮ ਵਿੱਚ ਜਾਂਦਾ ਹੈ ਤਾਂ ਸ਼ਿਵ ਚੰਦ ਜੀ ਉੱਥੇ ਨਹੀਂ ਸਨ ਅਤੇ ਫਿਰ ਗੌਰਵ ਦੌੜ ਕੇ ਬਾਹਰ ਆਉਂਦਾ ਹੈ। ਅੰਕਲ ਜੀ, ਪਲੀਜ਼ 1 ਮਿੰਟ ਲਈ ਰੁਕੋ, ਇਹ ਕਹਿੰਦਾ ਹੋਇਆ ਉਹਨਾਂ ਦੇ ਚਰਨਾਂ ਵਿੱਚ ਡਿੱਗ ਪੈਂਦਾ ਹੈ ਅਤੇ ਕਹਿੰਦਾ ਹੈ, ਅੰਕਲ ਜੀ, ਆਪਣੀ ਪਤਨੀ ਦੀ ਤਰਫੋਂ ਮੈਂ ਤੁਹਾਡੇ ਕੋਲੋਂ ਮਾਫ਼ੀ ਮੰਗਦਾ ਹਾਂ, ਪਰ ਮੈਂ ਤੁਹਾਡੇ ਲਈ ਕੁਝ ਕਰਨਾ ਚਾਹੁੰਦਾ ਹਾਂ। ਮੇਰਾ ਇੱਕ ਦੋਸਤ ਹੈ, ਉਸ ਦੀ ਕੱਪੜੇ ਦੀ ਦੁਕਾਨ ਹੈ। ਮੈਂ ਉਹਨਾਂ ਨਾਲ ਗੱਲ ਕਰ ਲੈਂਦਾ ਹਾਂ। ਜੇ ਤੁਸੀਂ ਚਾਹੋ ਤਾਂ ਉੱਥੇ ਨੌਕਰੀ ਕਰ ਸਕਦੇ ਹੋ ਅਤੇ ਤੁਹਾਡੇ ਖਾਣ ਪੀਣ ਦਾ ਇੰਤਜ਼ਾਮ ਹੋ ਜਾਵੇਗਾ ਅਤੇ ਤੁਸੀਂ ਕਿਰਾਏ 'ਤੇ ਘਰ ਲੈ ਕੇ ਵੀ ਰਹਿ ਸਕਦੇ ਹੋ। ਠੀਕ ਹੈ ਬੇਟਾ, ਜੇਕਰ ਤੂੰ ਇਹ ਕੰਮ ਕਰ ਦੇਵੇਂਗਾ ਤਾਂ ਤੇਰਾ ਬੜਾ ਅਹਿਸਾਨ ਹੋਵੇਗਾ। ਫਿਰ ਗੌਰਵ ਆਪਣੇ ਦੋਸਤ ਦੇ ਪਿਤਾ ਨਾਲ ਦੁਕਾਨ ਵਿੱਚ ਨੌਕਰੀ ਦੀ ਗੱਲ ਕਰਦਾ ਹੈ ਅਤੇ ਕਹਿੰਦਾ ਹੈ, ਪਰ ਅੰਕਲ ਜੀ, ਉਹਨਾਂ ਦੀ ਦੁਕਾਨ ਸ਼ਹਿਰ ਤੋਂ ਥੋੜ੍ਹੀ ਦੂਰ ਹੈ। ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ? ਨਹੀਂ ਬੇਟਾ, ਜਦੋਂ ਜ਼ਿੰਦਗੀ ਨੇ ਇਹ ਦਿਨ ਦਿਖਾਇਆ ਹੈ ਤਾਂ ਇਸ ਸ਼ਹਿਰ ਦਾ ਮੈਂ ਕੀ ਕਰਾਂਗਾ ਅਤੇ ਹੁਣ ਤਾਂ ਇਸ ਸ਼ਹਿਰ ਵਿੱਚ ਰਹਿਣ ਦਾ ਮੇਰਾ ਮਨ ਹੀ ਨਹੀਂ ਕਰਦਾ। ਫਿਰ ਗੌਰਵ ਉਸ ਨੂੰ ਦੁਕਾਨ ਦਾ ਐਡਰੈਸ ਦੇ ਦਿੰਦਾ ਹੈ। ਸ਼ਿਵ ਚੰਦ ਜੀ ਨੂੰ ਕੱਪੜੇ ਦੀ ਦੁਕਾਨ ਵਿੱਚ ਕੰਮ ਮਿਲ ਜਾਂਦਾ ਹੈ ਅਤੇ ਉਹ ਬਹੁਤ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਕੇ ਸਾਰੇ ਗ੍ਰਾਹਕਾਂ ਦਾ ਦਿਲ ਜਿੱਤ ਲੈਂਦਾ ਹੈ। ਜੋ ਵੀ ਕੱਪੜਾ ਖਰੀਦਣ ਆਉਂਦੇ, ਉਹ ਗ੍ਰਾਹਕ ਨੂੰ ਕੱਪੜਾ ਬੜੇ ਪਿਆਰ ਨਾਲ ਦਿਖਾਉਂਦੇ ਸਨ ਅਤੇ ਉਹਨਾਂ ਦੇ ਗੱਲ ਕਰਨ ਦਾ ਢੰਗ ਵੀ ਇੰਨਾ ਚੰਗਾ ਸੀ ਕਿ ਗ੍ਰਾਹਕ ਉਸ ਤੋਂ ਖੂਬ ਇੰਪ੍ਰੈਸ ਹੁੰਦੇ ਅਤੇ ਹੱਥੋਂ ਹੱਥ ਕੱਪੜੇ ਵਿਕ ਜਾਂਦੇ। ਅਜਿਹਾ ਹੋਵੇ ਵੀ ਕਿਉਂ ਨਾ, ਆਪਣੇ ਸਮੇਂ ਦੇ ਸ਼ਿਵਚੰਦ ਜੀ ਇੱਕ ਚੰਗੇ ਅਧਿਆਪਕ ਸਨ ਅਤੇ ਬੱਚਿਆਂ ਨੂੰ ਇੰਨੇ ਪਿਆਰ ਨਾਲ ਇੰਨੀ ਚੰਗੀ ਤਰ੍ਹਾਂ ਸਮਝਾਉਂਦੇ ਸੀ ਕਿ ਬੱਚੇ ਬਹੁਤ ਜਲਦੀ ਸਮਝ ਜਾਂਦੇ ਸੀ। ਅੱਜ ਉਹਨਾਂ ਦੀ ਸਮਝਦਾਰੀ ਬਿਜ਼ਨਸ ਵਿੱਚ ਵੀ ਕਮਾਲ ਕਰ ਰਹੀ ਸੀ। ਦੁਕਾਨ ਦੀ ਸੇਲ ਵਧਣ ਲੱਗੀ। ਦੁਕਾਨ ਦੇ ਮਾਲਕ ਚੋਪੜਾ ਜੀ ਉਸ ਤੋਂ ਬਹੁਤ ਖੁਸ਼ ਸਨ ਅਤੇ ਸ਼ਕੁੰਤਲਾ ਜੀ ਕਿਰਾਏ ਦੇ ਘਰ ਵਿੱਚ ਰਹਿੰਦੀ ਸੀ। ਖਾਣਾ ਬਣਾਉਂਦੀ ਸੀ, ਘਰ ਦਾ ਸਾਰਾ ਕੰਮ ਕਰਦੀ ਸੀ ਅਤੇ ਜਦੋਂ ਆਪਣੇ ਪਤੀ ਸ਼ਿਵਚੰਦ ਜੀ ਨੂੰ ਟਿਫਨ ਦੇਣ ਲਈ ਦੁਕਾਨ 'ਤੇ ਆਉਂਦੀ ਸੀ ਤਾਂ ਉਹ ਵੀ ਕੱਪੜੇ ਵੇਚਣ ਲੱਗ ਜਾਂਦੀ, ਆਪਣੇ ਪਤੀ ਦੇ ਕੰਮ ਵਿੱਚ ਮਦਦ ਕਰਦੀ ਸੀ। ਸ਼ਿਵਚੰਦ ਜੀ ਦੀ ਜ਼ਿੰਦਗੀ ਫਿਰ ਤੋਂ ਪਟੜੀ 'ਤੇ ਆ ਗਈ। ਇੱਦਾਂ ਹੀ ਦਿਨ ਬੀਤਣ ਲੱਗੇ ਕਿ ਇੱਕ ਦਿਨ ਬਹੁਤ ਤੇਜ਼ ਮੀਂਹ ਪੈ ਰਿਹਾ ਸੀ ਕਿ ਸ਼ਿਵਚੰਦ ਜੀ ਕੱਪੜੇ ਉਤਾਰਨ ਲਈ ਜਲਦੀ ਛੱਤ 'ਤੇ ਗਏ ਤਾਂ ਉਹਨਾਂ ਦਾ ਪੈਰ ਫਿਸਲ ਗਿਆ ਅਤੇ ਪੌੜੀਆਂ ਤੋਂ ਥੱਲੇ ਡਿੱਗ ਪਏ। ਉਹਨਾਂ ਨੂੰ ਬਹੁਤ ਜ਼ਿਆਦਾ ਸੱਟ ਲੱਗੀ ਅਤੇ ਪੈਰ ਦੀ ਹੱਡੀ ਫ੍ਰੈਕਚਰ ਹੋ ਗਈ। ਸ਼ਕੁੰਤਲਾ ਜੀ ਨੇ ਭੱਜ ਨੱਠ ਕੇ ਕਿਸੇ ਤਰ੍ਹਾਂ ਸ਼ਿਵਚੰਦ ਜੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਜੋ ਵੀ ਥੋੜ੍ਹੇ ਬਹੁਤ ਪੈਸੇ ਉਹਨਾਂ ਨੇ ਜੋੜੇ ਸੀ, ਉਹ ਸ਼ਿਵਚੰਦ ਜੀ ਦੇ ਇਲਾਜ ਵਿੱਚ ਖਰਚ ਹੋ ਗਏ। ਉਹ ਫਿਰ ਤੋਂ ਦਾਣੇ ਲਈ ਮੁਹਤਾਜ ਹੋ ਗਏ। ਸ਼ਕੁੰਤਲਾ ਜੀ ਬਹੁਤ ਰੋਂਦੀ ਵਿਲਕਦੀ ਅਤੇ ਕਹਿੰਦੀ, ਹੇ ਭਗਵਾਨ, ਇਹ ਮੁਸੀਬਤ ਅਚਾਨਕ ਕਿੱਥੋਂ ਆ ਗਈ? ਅਸੀਂ ਅਜਿਹਾ ਕਿਹੜਾ ਪਾਪ ਕੀਤਾ ਹੈ ਜੋ ਸਾਨੂੰ ਇਸ ਜਨਮ ਵਿੱਚ ਭੋਗਣਾ ਪੈ ਰਿਹਾ ਹੈ? ਕਿਸੇ ਤਰ੍ਹਾਂ ਮਸਾਂ ਹੀ ਸੰਭਲੇ ਸੀ ਅਤੇ ਅੱਜ ਫੇਰ ਉੱਥੇ ਹੀ ਆ ਗਏ ਹਾਂ। ਤਾਂ ਉਦੋਂ ਹੀ ਕੋਈ ਉਹਨਾਂ ਦਾ ਦਰਵਾਜ਼ਾ ਖੜਕਾਉਂਦਾ ਹੈ। ਸ਼ਕੁੰਤਲਾ ਜੀ ਦਰਵਾਜ਼ਾ ਖੋਲ੍ਹਦੀ ਹੈ ਤਾਂ ਸਾਹਮਣੇ ਮਕਾਨ ਮਾਲਕ ਖੜ੍ਹਾ ਸੀ ਅਤੇ ਉਹ ਕਹਿੰਦਾ ਹੈ ਕਿ ਸ਼ਕੁੰਤਲਾ ਜੀ, ਮੈਂ ਤੁਹਾਨੂੰ ਯਾਦ ਦਿਵਾ ਦੇਵਾਂ ਕਿ ਤੁਹਾਡਾ ਕਿਰਾਇਆ ਪਿਛਲੇ 2 ਮਹੀਨਿਆਂ ਤੋਂ ਖੜ੍ਹਾ ਹੈ। ਕਿਰਪਾ ਕਰਕੇ ਮੇਰਾ ਕਿਰਾਇਆ ਦੇ ਦਿਓ। ਸ਼ਕੁੰਤਲਾ ਜੀ ਕਹਿੰਦੀ ਹੈ, ਬਸ ਮਾਲਕ, ਥੋੜ੍ਹੇ ਦਿਨਾਂ ਦਾ ਸਮਾਂ ਦਿਓ। ਸਾਰਾ ਪੈਸਾ ਇਹਨਾਂ ਦੇ ਇਲਾਜ ਵਿੱਚ ਖਰਚ ਹੋ ਗਿਆ। ਪਰ ਮਕਾਨ ਮਾਲਕ ਕਹਿੰਦਾ ਹੈ ਕਿ ਜੇਕਰ ਤੁਸੀਂ 2 ਦਿਨਾਂ ਦੇ ਵਿੱਚ ਕਿਰਾਇਆ ਨਾ ਭਰਿਆ ਤਾਂ ਤੁਹਾਡਾ ਸਮਾਨ ਬਾਹਰ ਕੱਢ ਦਿੱਤਾ ਜਾਵੇਗਾ। ਸ਼ਿਵਚੰਦ ਜੀ ਬਿਸਤਰ 'ਤੇ ਪਏ ਰੋ ਰਹੇ ਸਨ ਕਿ ਵਿਚਾਰੀ ਸ਼ਕੁੰਤਲਾ ਇਹ ਸਭ ਇਕੱਲੀ ਕਿਵੇਂ ਸੰਭਾਲੇਗੀ। ਉਹਨਾਂ ਦਾ ਕੋਈ ਸਹਾਰਾ ਨਹੀਂ ਸੀ। ਸ਼ਕੁੰਤਲਾ ਜੀ ਨੇ ਚੋਪੜਾ ਜੀ ਦੀ ਦੁਕਾਨ ਵਿੱਚ ਕੰਮ ਕਰਨ ਬਾਰੇ ਸੋਚਿਆ ਅਤੇ ਕੰਮ 'ਤੇ ਜਾਣ ਲੱਗੀ। ਉਹ ਆਪਣੇ ਪਤੀ ਦਾ ਖਾਣਾ ਬਣਾ ਕੇ, ਸਾਰਾ ਕੰਮ ਕਰਕੇ ਅਤੇ ਉਸ ਨੂੰ ਖਾਣਾ ਖਵਾ ਕੇ ਕੰਮ 'ਤੇ ਚਲੀ ਜਾਂਦੀ ਅਤੇ ਦੁਕਾਨ ਵਿੱਚ ਪੂਰਾ ਦਿਨ ਕੰਮ ਕਰਦੀ। ਉਹ ਆਪਣੇ ਨਸੀਬ ਨੂੰ ਖੂਬ ਕੋਸਦੀ ਕਿ ਇਹੋ ਜਿਹੀ ਔਲਾਦ ਹੋਣ ਨਾਲੋਂ ਤਾਂ ਚੰਗਾ ਹੈ ਕਿ ਔਲਾਦ ਨਾ ਹੀ ਹੋਵੇ। ਅਸੀਂ ਸੜਕ 'ਤੇ ਭਿਖਾਰੀਆਂ ਦੀ ਤਰ੍ਹਾਂ ਆਪਣਾ ਜੀਵਨ ਗੁਜ਼ਾਰ ਰਹੇ ਹਾਂ। ਜਦੋਂ ਘਰੇ ਆਉਂਦੀ ਤਾਂ ਬਰਤਨ ਧੋਣ ਤੇ ਖਾਣਾ ਬਣਾਉਣ ਵਿੱਚ ਫਿਰ ਤੋਂ ਜੁਟ ਜਾਂਦੀ। ਘਰ ਅਤੇ ਬਾਹਰ ਕੰਮ ਕਰਦੀ ਸ਼ਕੁੰਤਲਾ ਜੀ ਬਿਲਕੁਲ ਥੱਕ ਜਾਂਦੀ, ਪਰ ਆਪਣੇ ਚਿਹਰੇ 'ਤੇ ਉਹ ਇੱਕ ਵੀ ਚਿੰਤਾ ਦਾ ਨਿਸ਼ਾਨ ਨਾ ਦਿਸਣ ਦਿੰਦੀ ਕਿ ਕਿਤੇ ਸ਼ਿਵਚੰਦ ਜੀ ਉਸ ਨੂੰ ਦੇਖ ਕੇ ਕਮਜ਼ੋਰ ਨਾ ਪੈ ਜਾਣ। ਸ਼ਿਵਚੰਦ ਜੀ ਨੂੰ ਸ਼ਕੁੰਤਲਾ ਜੀ 'ਤੇ ਬਹੁਤ ਤਰਸ ਆਉਂਦਾ ਕਿ ਉਸ ਨੂੰ ਬੁਢੇਪੇ ਵਿੱਚ ਕਿੰਨਾ ਕੰਮ ਕਰਨਾ ਪੈਂਦਾ ਹੈ
ਅਤੇ ਮੈਂ ਇੱਥੇ ਆਪਣੇ ਹੱਥ ਪੈਰ ਤੁੜਵਾ ਕੇ ਬਿਸਤਰੇ 'ਤੇ ਪਿਆ ਹਾਂ। ਮੈਂ ਉਸ ਦੀ ਕੋਈ ਮਦਦ ਨਹੀਂ ਕਰ ਸਕਦਾ। ਸ਼ਕੁੰਤਲਾ ਜੀ ਨੇ ਚੋਪੜਾ ਜੀ ਤੋਂ ਪੈਸਿਆਂ ਦੀ ਥੋੜ੍ਹੀ ਮਦਦ ਲਈ ਅਤੇ ਮਕਾਨ ਮਾਲਕ ਦਾ ਕਿਰਾਇਆ ਭਰ ਦਿੱਤਾ। ਇੱਕ ਦਿਨ ਸ਼ਕੁੰਤਲਾ ਜੀ ਚੋਪੜਾ ਜੀ ਦੇ ਕਾਰੀਗਰਾਂ ਨੂੰ ਡਿਜ਼ਾਈਨ ਦੱਸ ਰਹੀ ਸੀ ਕਿ ਗ੍ਰਾਹਕਾਂ ਨੂੰ ਉਹਨਾਂ ਦੇ ਡਿਜ਼ਾਈਨ ਬਹੁਤ ਪਸੰਦ ਆਏ। ਸ਼ਕੁੰਤਲਾ ਜੀ ਜ਼ਿਆਦਾ ਪੜ੍ਹੀ ਲਿਖੀ ਨਹੀਂ ਸੀ, ਪਰ ਉਸਨੂੰ ਸਿਲਾਈ ਕਢਾਈ ਅਤੇ ਕੱਪੜਿਆਂ ਦੇ ਡਿਜ਼ਾਈਨ ਬਣਾਉਣ ਦਾ ਬਹੁਤ ਸ਼ੌਕ ਸੀ। ਉਸਨੂੰ ਡਿਜ਼ਾਈਨਾਂ ਦਾ ਜਿੰਨਾ ਵੀ ਗਿਆਨ ਸੀ, ਉਹ ਕਾਰੀਗਰਾਂ ਨੂੰ ਦੇਣ ਲੱਗੀ ਅਤੇ ਕਾਰੀਗਰ ਉਸ ਦੇ ਮੁਤਾਬਕ ਕੱਪੜੇ ਬਣਾਉਣ ਲੱਗੇ। ਉਹਨਾਂ ਦੇ ਡਿਜ਼ਾਈਨ ਗ੍ਰਾਹਕਾਂ ਨੂੰ ਬਹੁਤ ਪਸੰਦ ਆਉਣ ਲੱਗੇ ਅਤੇ ਉਹਨਾਂ ਦੇ ਬਣੇ ਕੱਪੜੇ ਦੁਕਾਨ ਵਿੱਚ ਵੀ ਵਿਕ ਜਾਂਦੇ। ਚੋਪੜਾ ਜੀ ਦੀ ਦੁਕਾਨ ਨੂੰ ਵੱਡੇ ਵੱਡੇ ਗ੍ਰਾਹਕ ਮਿਲਣ ਲੱਗੇ। ਮਾਲਕ ਇਹ ਦੇਖ ਕੇ ਬਹੁਤ ਖੁਸ਼ ਹੋਇਆ। ਹੌਲੀ ਹੌਲੀ ਦੁਕਾਨਦਾਰ ਨੇ ਆਪਣੇ ਕੱਪੜਿਆਂ ਨੂੰ ਆਨਲਾਈਨ ਵੇਚਣਾ ਸ਼ੁਰੂ ਕਰ ਦਿੱਤਾ। ਮਾਲਕ ਨੇ ਇੱਕ ਲੜਕਾ ਰੱਖ ਲਿਆ ਸੀ ਜੋ ਘਰ ਘਰ ਵਿੱਚ ਜਾ ਕੇ ਕੱਪੜਾ ਡਿਲੀਵਰੀ ਕਰਦਾ ਸੀ। ਚੋਪੜਾ ਜੀ ਦੀ ਦੁਕਾਨ ਦੇ ਗਾਰਮੈਂਟਸ ਕੱਪੜੇ ਦੂਜੇ ਸ਼ਹਿਰਾਂ ਵਿੱਚ ਵੀ ਵਿਕਣ ਲੱਗੇ। ਚੋਪੜਾ ਜੀ ਆਪਣੀ ਦੁਕਾਨ ਦੀ ਤਰੱਕੀ ਦੇਖ ਕੇ ਬਹੁਤ ਖੁਸ਼ ਸਨ। ਛੋਟੀ ਜਿਹੀ ਦੁਕਾਨ ਤੋਂ ਕਦੋਂ ਇੰਨਾ ਵੱਡਾ ਸ਼ੋਅਰੂਮ ਬਣ ਗਿਆ, ਇਹ ਖੁਦ ਮਾਲਕ ਨੂੰ ਵੀ ਨਹੀਂ ਪਤਾ ਲੱਗਿਆ। ਉਹਨਾਂ ਨੇ ਸ਼ਕੁੰਤਲਾ ਜੀ ਦੀ ਤਨਖਾਹ ਵਧਾ ਕੇ ਡਬਲ ਕਰ ਦਿੱਤੀ। ਇੱਧਰ ਸ਼ਿਵਚੰਦ ਜੀ ਵੀ ਆਪਣੇ ਪੈਰ 'ਤੇ ਖੜ੍ਹੇ ਹੋਣ ਲੱਗ ਪਏ ਸਨ ਅਤੇ ਉਹ ਹੁਣ ਚੱਲ ਫਿਰ ਵੀ ਸਕਦੇ ਸਨ। ਇੱਕ ਦਿਨ ਚੋਪੜਾ ਜੀ ਦੀ ਦੁਕਾਨ 'ਤੇ ਬਹੁਤ ਵੱਡਾ ਆਰਡਰ ਆਇਆ, ਵਿਆਹ ਦੇ ਕੱਪੜੇ ਬਣਵਾਉਣ ਦਾ। ਘਰ ਦੇ ਸਾਰੇ ਹੀ ਮੈਂਬਰ ਉਹਨਾਂ ਦੀ ਦੁਕਾਨ 'ਤੇ ਹੀ ਕੱਪੜੇ ਬਣਵਾਉਣ ਦਾ ਆਰਡਰ ਦੇ ਕੇ ਗਏ ਸੀ ਅਤੇ ਸਮੇਂ 'ਤੇ ਕੱਪੜੇ ਪਹੁੰਚਾਉਣ ਲਈ ਕਹਿ ਗਏ ਸਨ। ਦੁਲਹਨ ਦੇ ਲਈ ਲਹਿੰਗਾ ਅਤੇ ਲਾੜੇ ਲਈ ਸ਼ੇਰਵਾਨੀ ਅਤੇ ਬਾਕੀ ਸਾਰੇ ਮੈਂਬਰਾਂ ਦਾ ਡਿਜ਼ਾਈਨਰ ਸਾੜੀਆਂ ਦਾ ਆਰਡਰ ਆਇਆ ਸੀ। ਸਾਰੇ ਕੰਮ ਸਮੇਂ ਸਿਰ ਹੋ ਗਏ ਸਨ ਅਤੇ ਡਿਲੀਵਰੀ ਵੀ ਹੋ ਚੁੱਕੀ ਸੀ। ਬਸ ਇਕੱਲੇ ਲਾੜੇ ਦੇ ਕੱਪੜੇ ਭੇਜਣ ਵਾਲੇ ਸਨ, ਕਿਉਂਕਿ ਉਸ ਦਿਨ ਡਿਲੀਵਰੀ ਬੁਆਏ ਸਮੇਂ ਸਿਰ ਨਹੀਂ ਆ ਸਕਿਆ ਸੀ ਕਿਉਂਕਿ ਉਸ ਦੀ ਮਾਂ ਬਿਮਾਰ ਸੀ। ਚੋਪੜਾ ਜੀ ਸੋਚ ਵਿੱਚ ਬੈਠੇ ਸਨ ਕਿ ਦੁਕਾਨ ਬੰਦ ਹੋਣ ਵਾਲੀ ਹੈ ਅਤੇ ਲਾੜੇ ਦੇ ਕੱਪੜੇ ਹਾਲੇ ਤੱਕ ਨਹੀਂ ਪਹੁੰਚਾ ਸਕੇ ਹਾਂ ਅਤੇ ਉਹਨਾਂ ਦੇ ਸਾਰੇ ਹੀ ਸਟਾਫ ਮੈਂਬਰ ਵੀ ਆਪਣੇ ਆਪਣੇ ਘਰ ਚਲੇ ਗਏ ਸੀ। ਪਰ ਉਹਨਾਂ ਦੀ ਦੁਕਾਨ ਦੇ ਨੇੜੇ ਹੀ ਸ਼ਿਵਚੰਦ ਜੀ ਅਤੇ ਸ਼ਕੁੰਤਲਾ ਜੀ ਦਾ ਘਰ ਸੀ। ਤਾਂ ਚੋਪੜਾ ਜੀ ਨੇ ਸ਼ਿਵਚੰਦ ਜੀ ਨੂੰ ਫੋਨ ਕਰਕੇ ਬੁਲਾਇਆ ਅਤੇ ਕਿਹਾ ਕਿ ਇਸ ਪਤੇ 'ਤੇ ਲਾੜੇ ਦੇ ਕੱਪੜੇ ਪਹੁੰਚਾਉਣੇ ਹਨ। ਅੱਜ ਡਿਲੀਵਰੀ ਬੁਆਏ ਨਹੀਂ ਆ ਸਕਿਆ। ਜੇਕਰ ਤੁਹਾਨੂੰ ਕੋਈ ਸਮੱਸਿਆ ਨਾ ਹੋਵੇ ਤਾਂ ਤੁਸੀਂ ਪਲੀਜ਼ ਇਹ ਆਰਡਰ ਸਮੇਂ ਸਿਰ ਪਹੁੰਚਾ ਸਕਦੇ ਹੋ। ਤਾਂ ਸ਼ਿਵਚੰਦ ਜੀ ਨੇ ਕਿਹਾ, ਨਹੀਂ ਨਹੀਂ ਮਾਲਕ, ਕਿਸੇ ਦੇ ਲਈ ਅੱਜ ਬਹੁਤ ਖਾਸ ਦਿਨ ਹੈ। ਮੈਂ ਇਹ ਡਿਲੀਵਰੀ ਜ਼ਰੂਰ ਪਹੁੰਚਾਵਾਂਗਾ ਅਤੇ ਇਹ ਤਾਂ ਮੇਰੇ ਘਰ ਤੋਂ ਜ਼ਿਆਦਾ ਦੂਰ ਵੀ ਨਹੀਂ ਹੈ। ਸ਼ਿਵਚੰਦ ਜੀ ਜਦੋਂ ਡਿਲੀਵਰੀ ਬੁਆਏ ਬਣ ਕੇ ਵਿਆਹ ਵਾਲੇ ਘਰ ਪਹੁੰਚੇ ਤਾਂ ਉੱਥੇ ਜੋ ਉਹਨਾਂ ਨੇ ਦੇਖਿਆ ਤਾਂ ਸ਼ਿਵਚੰਦ ਜੀ ਦੇ ਚਿਹਰੇ ਦਾ ਰੰਗ ਹੀ ਉੱਡ ਗਿਆ। ਜਦੋਂ ਸ਼ਿਵਚੰਦ ਜੀ ਨੇ ਉੱਥੋਂ ਦਾ ਨਜ਼ਾਰਾ ਦੇਖਿਆ ਤਾਂ ਉਹ ਦੜੰਮ ਕਰਕੇ ਥੱਲੇ ਡਿੱਗ ਪਏ। ਇਹ ਕੀ ਹੈ? ਕਿਸ ਦਾ ਵਿਆਹ ਹੈ? ਕਿਤੇ ਮੈਂ ਗਲਤ ਪਤੇ 'ਤੇ ਤਾਂ ਨਹੀਂ ਆ ਗਿਆ? ਐਡਰੈਸ ਤਾਂ ਸਹੀ ਸੀ, ਪਰ ਸਾਹਮਣੇ ਉਸ ਦਾ ਬੇਟਾ ਵਿਰਾਜ ਖੜਾ ਸੀ। ਆਪਣੇ ਬੇਟੇ ਨਾਲ ਕੁਦਰਤ ਇਸ ਤਰ੍ਹਾਂ ਸਾਹਮਣਾ ਕਰਵਾਏਗੀ, ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ। ਉਹਨਾਂ ਦੀ ਤਾਂ ਪੂਰੀ ਦੁਨੀਆ ਹੀ ਹਿੱਲ ਗਈ ਸੀ। ਨਾ ਹੀ ਸ਼ਿਵਚੰਦ ਜੀ ਹੱਸ ਪਾ ਰਹੇ ਸੀ ਅਤੇ ਨਾ ਹੀ ਰੋ ਪਾ ਰਹੇ ਸੀ। ਵਿਰਾਜ ਆਪਣੇ ਨੌਕਰਾਂ ਨੂੰ ਜਾਨਵਰਾਂ ਦੀ ਤਰ੍ਹਾਂ ਝਿੜਕ ਰਿਹਾ ਸੀ ਕਿ ਹੁਣ ਮੇਰਾ ਵਿਆਹ ਕਿਵੇਂ ਹੋਵੇਗਾ? ਮੇਰੀ ਸ਼ੇਰਵਾਨੀ ਹਾਲੇ ਤੱਕ ਨਹੀਂ ਆਈ ਹੈ। ਤੁਹਾਨੂੰ ਪਤਾ ਹੈ ਨਾ ਕਿਸ ਆਦਮੀ ਦਾ ਜਵਾਈ ਬਣਨ ਵਾਲਾ ਹਾਂ। ਜੇਕਰ ਤੁਹਾਡੀ ਸ਼ਿਕਾਇਤ ਕਰ ਦਿੱਤੀ ਨਾ, ਉਹ ਤੁਹਾਡੀ ਛੁੱਟੀ ਕਰ ਦੇਵੇਗਾ। ਨਹੀਂ ਨਹੀਂ ਮਾਲਕ, ਫੋਨ ਕੀਤਾ ਹੈ, ਬਸ ਤੁਹਾਡੇ ਕੱਪੜੇ ਆਉਂਦੇ ਹੀ ਹੋਣਗੇ। ਨੌਕਰ ਵਿਰਾਜ ਦੇ ਪੈਰਾਂ 'ਤੇ ਡਿੱਗ ਪਿਆ ਤੇ ਵਿਰਾਜ ਨੇ ਪੈਰਾਂ ਨਾਲ ਧੱਕਾ ਮਾਰ ਕੇ ਉਸਨੂੰ ਭਜਾ ਦਿੱਤਾ। ਚੱਲ ਜਾ ਇੱਥੋਂ, ਮੇਰੇ ਲਈ ਕੌਫੀ ਲੈ ਕੇ ਆ। ਮੇਰਾ ਮੂਡ ਹੋਰ ਨਾ ਖਰਾਬ ਕਰ। ਜਿਸ ਹੋਟਲ ਵਿੱਚ ਵਿਆਹ ਸੀ ਉੱਥੇ ਦੁਲਹਾ ਅਤੇ ਦੁਲਹਨ ਦੋਵੇਂ ਸਨ। ਵਿਰਾਜ ਆਪਣੇ ਕਮਰੇ ਵਿੱਚ ਸੀ ਅਤੇ ਦੁਲਹਨ ਆਪਣੇ ਕਮਰੇ ਵਿੱਚ ਤਿਆਰ ਹੋ ਰਹੀ ਸੀ। ਸ਼ਿਵਚੰਦ ਜੀ ਨੇ ਸੋਚਿਆ ਕਿ ਪਤਾ ਨਹੀਂ ਇਹ ਲੜਕਾ ਕਿਸ ਮਾਸੂਮ ਲੜਕੀ ਦੀ ਜ਼ਿੰਦਗੀ ਬਰਬਾਦ ਕਰਨ ਲੱਗਿਆ ਹੈ। ਪਹਿਲਾਂ ਇਸਨੇ ਮੇਰੀ ਦੁਨੀਆ ਤਬਾਹ ਕਰ ਦਿੱਤੀ ਅਤੇ ਮੈਨੂੰ ਸੜਕ 'ਤੇ ਲਿਆ ਦਿੱਤਾ। ਪਤਾ ਨਹੀਂ ਹੁਣ ਕਿਸ ਨੂੰ। ਖੈਰ, ਹੁਣ ਸ਼ੇਰਵਾਨੀ ਲੈ ਕੇ ਆਇਆ ਹਾਂ ਤਾਂ ਦੇ ਕੇ ਹੀ ਜਾਵਾਂਗਾ। ਉਹ ਆਪਣੇ ਬੇਟੇ ਦੇ ਕੋਲ ਗਿਆ ਅਤੇ ਕਿਹਾ, ਵਿਰਾਜ, ਆਪਣੇ ਪਿਤਾ ਨੂੰ ਅੱਖਾਂ ਦੇ ਸਾਹਮਣੇ ਖੜਾ ਦੇਖ। ਵਿਰਾਜ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਤੁਸੀਂ ਮੇਰੇ ਵਿਆਹ ਵਿੱਚ ਭਿਖਾਰੀ ਬਣ ਕੇ ਕਿਉਂ ਆਏ ਹੋ? ਚਲੇ ਜਾਓ ਇੱਥੋਂ। ਜੇਕਰ ਮੇਰੇ ਮਾਲਕ ਨੂੰ ਪਤਾ ਲੱਗ ਗਿਆ ਕਿ ਮੈਂ ਤੇਰੇ ਵਰਗੇ 2 ਕੌਡੀ ਸੜਕ ਛਾਪ ਬੰਦੇ ਦਾ ਬੇਟਾ ਹਾਂ ਜੋ ਘਰ ਘਰ ਵਿੱਚ ਜਾ ਕੇ ਡਿਲੀਵਰੀ ਪਹੁੰਚਾਉਣ ਦਾ ਕੰਮ ਕਰਦਾ ਹੈ, ਤਾਂ ਉਹ ਆਪਣੀ ਬੇਟੀ ਦਾ ਵਿਆਹ ਮੇਰੇ ਨਾਲ ਨਹੀਂ ਕਰਨਗੇ ਅਤੇ ਅੱਜ ਤੋਂ ਬਾਅਦ ਆਪਣੀ ਸ਼ਕਲ ਵੀ ਨਾ ਦਿਖਾਉਣਾ। ਠੀਕ ਹੈ, ਜੇ ਤੁਸੀਂ ਹੁਣ ਆ ਹੀ ਗਏ ਹੋ ਤਾਂ ਜਾਂਦੇ ਜਾਂਦੇ ਇੱਕ ਰਸਮ ਨਿਭਾਉਂਦੇ ਜਾਓ। ਇਹ ਸ਼ੇਰਵਾਨੀ ਮੈਨੂੰ ਪਹਿਨਾ ਦਿਓ। ਸ਼ਿਵਚੰਦ ਜੀ ਆਪਣੇ ਬੇਟੇ ਨੂੰ ਸ਼ੇਰਵਾਨੀ ਪਹਿਨਾਉਂਦੇ ਹਨ। ਹਾਂ, ਫਿਟਿੰਗ ਤਾਂ ਸਹੀ ਹੈ। ਅਤੇ ਹਾਂ, ਸੁਣ ਬੁੱਢੇ, ਇੱਥੇ ਮੇਰੇ ਜੁੱਤੇ ਪਏ ਹਨ, ਉਹ ਵੀ ਮੈਨੂੰ ਪਹਿਨਾ ਦੇ। ਸ਼ਿਵਚੰਦ ਜੀ ਆਪਣੇ ਬੇਟੇ ਨੂੰ ਦੇਖਦੇ ਰਹਿ ਗਏ। ਤਾਂ ਵਿਰਾਜ ਨੇ ਕਿਹਾ, ਹੁਣ ਮੈਨੂੰ ਇਸ ਤਰ੍ਹਾਂ ਨਾ ਘੂਰ ਬੁੱਢੇ, ਮੈਂ ਕੋਈ ਤੇਰਾ ਬੇਟਾ ਨਹੀਂ ਹਾਂ।
ਤੇਰੇ ਵਰਗੇ ਭਿਖਾਰੀ ਪਿਤਾ ਨੂੰ ਮੈਂ ਉਦੋਂ ਹੀ ਤਿਆਗ ਦਿੱਤਾ ਸੀ। ਸ਼ਿਵਚੰਦ ਜੀ ਨੇ ਕਿਹਾ ਕਿ ਤੂੰ ਮੇਰੇ ਘਰ ਨੂੰ ਗਿਰਵੀ ਰੱਖ ਕੇ ਕਿਹਾ ਕਿ ਮੈਂ ਆਪਣਾ ਬਿਜ਼ਨਸ ਸ਼ੁਰੂ ਕਰਨ ਜਾ ਰਿਹਾ ਹਾਂ ਅਤੇ ਤੂੰ ਮੇਰੇ ਘਰ ਨੂੰ ਵੇਚ ਦਿੱਤਾ, ਕਿਉਂਕਿ ਬੁੱਢੇ ਮੈਂ ਤੇਰੀ ਤਰ੍ਹਾਂ ਗਰੀਬੀ ਵਿੱਚ ਨਹੀਂ ਜਿਉਣਾ ਚਾਹੁੰਦਾ ਸੀ ਅਤੇ ਰੋਜ਼-ਰੋਜ਼ ਦੀਆਂ ਤਕਲੀਫਾਂ ਮੈਨੂੰ ਪਸੰਦ ਨਹੀਂ। ਜਦੋਂ ਬਿਨਾਂ ਕੰਮ ਕੀਤੇ, ਬਿਨਾਂ ਮਿਹਨਤ ਕੀਤੇ ਮੈਂ ਅਮੀਰ ਬਣ ਸਕਦਾ ਹਾਂ, ਤਾਂ ਮੈਂ ਕੰਮ ਕਿਉਂ ਕਰਾਂ? ਦਰਅਸਲ ਸ਼ਿਵਚੰਦ ਜੀ ਆਪਣੇ ਸਮੇਂ ਵਿੱਚ ਇੱਕ ਪ੍ਰਾਇਮਰੀ ਸਕੂਲ ਦੇ ਅਧਿਆਪਕ ਸਨ ਅਤੇ ਆਪਣਾ ਜੀਵਨ ਤਕਲੀਫਾਂ ਵਿੱਚ ਸੰਘਰਸ਼ਪੂਰਨ ਬਤੀਤ ਕਰਿਆ। ਜੋ ਥੋੜ੍ਹਾ ਬਹੁਤ ਉਹ ਕਮਾਉਂਦੇ ਸੀ, ਉਹ ਉਸਦੇ ਮਾਤਾ-ਪਿਤਾ ਦੀ ਬਿਮਾਰੀ ਦੇ ਵਿੱਚ ਖਰਚ ਹੋ ਜਾਂਦਾ ਸੀ। ਕਿਸੇ ਤਰ੍ਹਾਂ ਆਪਣੇ ਜੀਵਨ ਦੀ ਗੱਡੀ ਨੂੰ ਘੜੀਸਦੇ-ਘੜੀਸਦੇ ਅੱਗੇ ਵਧਾਇਆ। ਵਿਰਾਜ ਬਚਪਨ ਤੋਂ ਹੀ ਲਾਲਚੀ, ਧੋਖਾਧੜੀ ਪ੍ਰਵਿਰਤੀ ਵਾਲਾ ਇਨਸਾਨ ਸੀ। ਉਹ ਜਲਦੀ ਤੋਂ ਜਲਦੀ ਸ਼ਾਰਟਕੱਟ ਅਪਣਾ ਕੇ ਅਮੀਰ ਬਣਨਾ ਚਾਹੁੰਦਾ ਸੀ, ਕਿਉਂਕਿ ਬਚਪਨ ਤੋਂ ਉਸਨੇ ਬਹੁਤ ਤਕਲੀਫਾਂ ਦਾ ਸਾਹਮਣਾ ਕੀਤਾ ਸੀ ਅਤੇ ਅਮੀਰ ਬਣਨ ਦੇ ਚੱਕਰ ਵਿੱਚ ਉਹ ਗਲਤ ਸੰਗਤ ਵਿੱਚ ਵੀ ਪੈ ਗਿਆ ਸੀ ਅਤੇ ਚੋਰੀ, ਧੋਖਾਧੜੀ ਕਰਨਾ ਉਸਦੀ ਆਦਤ ਬਣ ਗਈ ਸੀ। ਅਤੇ ਫਿਰ ਇੱਕ ਦਿਨ ਉਸਨੇ ਆਪਣੇ ਪਿਤਾ ਨੂੰ ਹੀ ਇਸ ਝਾਂਸੇ ਵਿੱਚ ਫਸਾ ਲਿਆ ਅਤੇ ਉਸ ਤੋਂ ਘਰ ਦੇ ਕਾਗਜ਼ ਲੈ ਲਏ ਅਤੇ ਕਿਹਾ ਕਿ ਮੈਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦਾ ਹਾਂ ਅਤੇ ਤੁਹਾਡੇ ਘਰ ਨੂੰ ਬੈਂਕ ਵਿੱਚ ਗਿਰਵੀ ਰੱਖ ਕੇ ਉੱਥੋਂ ਲੋਨ ਲੈਣਾ ਚਾਹੁੰਦਾ ਹਾਂ। ਇਹਨਾਂ ਕਾਗਜ਼ਾਂ 'ਤੇ ਦਸਤਖਤ ਕਰ ਦੇਵੋ। ਸ਼ਿਵਚੰਦ ਜੀ ਉਸਦੇ ਝਾਂਸੇ ਵਿੱਚ ਆ ਗਏ ਅਤੇ ਵਿਰਾਜ ਨੇ ਚੋਰੀ-ਚੋਰੀ ਉਹ ਘਰ ਵੇਚ ਦਿੱਤਾ ਅਤੇ ਸਾਰੇ ਪੈਸੇ ਲੈ ਕੇ ਰਫੂ ਚੱਕਰ ਹੋ ਗਿਆ। ਪਰ ਕਿਸਮਤ ਨੇ ਉਸਦੇ ਨਾਲ ਉਹੀ ਦੁਹਰਾਇਆ ਜੋ ਉਸਨੇ ਆਪਣੇ ਪਿਤਾ ਨਾਲ ਕੀਤਾ। ਉਸਨੇ ਆਪਣੇ ਪਿਤਾ ਨਾਲ ਧੋਖਾ ਕੀਤਾ ਅਤੇ ਵਿਰਾਜ ਦੇ ਦੋਸਤ ਉਸ ਦੀ ਤਰ੍ਹਾਂ ਹੀ ਚੋਰ ਸਨ। ਉਹਨਾਂ ਨੇ ਵਿਰਾਜ ਦੇ ਸਾਰੇ ਪੈਸੇ ਦੱਬ ਲਏ, ਕਿਉਂਕਿ ਵਿਰਾਜ ਨੇ ਉਹਨਾਂ ਤੋਂ ਧੋਖੇ ਨਾਲ ਬਹੁਤ ਪੈਸੇ ਹੜੱਪੇ ਸਨ। ਹੁਣ ਵਿਰਾਜ ਆਪਣੇ ਘਰ ਵਿੱਚ ਵਾਪਸ ਨਹੀਂ ਆ ਸਕਦਾ ਸੀ, ਕਿਉਂਕਿ ਉਸਨੇ ਆਪਣੇ ਪਿਤਾ ਨੂੰ ਤਾਂ ਪਹਿਲਾਂ ਹੀ ਸੜਕ 'ਤੇ ਲਿਆ ਦਿੱਤਾ ਸੀ। ਵਿਰਾਜ ਉਹਨਾਂ ਨੂੰ ਬਰਬਾਦ ਕਰ ਚੁੱਕਿਆ ਸੀ ਅਤੇ ਹੁਣ ਉਹ ਇੱਕ ਨਵੇਂ ਸ਼ਿਕਾਰ ਨੂੰ ਫਸਾਉਣ ਦੇ ਚੱਕਰ ਵਿੱਚ ਪੈ ਗਿਆ। ਉਹ ਸ਼ਹਿਰ ਦੀ ਇੱਕ ਕੰਪਨੀ ਵਿੱਚ ਕੰਮ ਕਰਨ ਲੱਗਿਆ। ਵਿਰਾਜ ਨੇ ਗੁੱਸੇ ਵਿੱਚ ਆਪਣੇ ਪਿਤਾ ਨੂੰ ਕਿਹਾ ਕਿ ਬੁੱਢੇ, ਮੇਰੇ ਜੁੱਤੇ ਪਹਿਨਾ ਦੇ। ਜਦੋਂ ਸ਼ਿਵਚੰਦ ਜੀ ਪੈਰਾਂ ਵਿੱਚ ਜੁੱਤੇ ਪਾਉਣ ਲੱਗੇ ਤਾਂ ਉਸਨੇ ਜਾਣ ਬੁੱਝ ਕੇ ਆਪਣੇ ਜੁੱਤਿਆਂ 'ਤੇ ਕੌਫੀ ਡੋਲ ਲਈ ਅਤੇ ਫਿਰ ਕਿਹਾ, ਬੁੱਢੇ ਤੈਨੂੰ ਦਿਖਾਈ ਨਹੀਂ ਦਿੰਦਾ, ਮੇਰੇ ਜੁੱਤੇ ਗੰਦੇ ਹੋ ਗਏ ਹਨ, ਕੱਪੜਾ ਲੈ ਕੇ ਇਸ ਨੂੰ ਸਾਫ਼ ਕਰ। ਸ਼ਿਵਚੰਦ ਜੀ ਆਪਣੇ ਬੇਟੇ ਦੀਆਂ ਸਾਰੀਆਂ ਬਦਤਮੀਜ਼ੀਆਂ ਨੂੰ ਬਰਦਾਸ਼ਤ ਕਰਦੇ ਜਾ ਰਹੇ ਸੀ, ਕਿਉਂਕਿ ਉਹ ਵਿਆਹ ਦੇ ਵਿੱਚ ਕੋਈ ਹੰਗਾਮਾ ਨਹੀਂ ਕਰਨਾ ਚਾਹੁੰਦਾ ਸੀ। ਫਿਰ ਸ਼ਿਵਚੰਦ ਜੀ ਕੱਪੜਾ ਲੈ ਕੇ ਜੁੱਤੇ ਸਾਫ਼ ਕਰਨ ਲੱਗਿਆ ਅਤੇ ਉੱਧਰ ਸ਼ਕੁੰਤਲਾ ਜੀ ਸੋਚ ਰਹੀ ਸੀ ਕਿ ਅਜੇ ਤੱਕ ਇਹ ਆਏ ਕਿਉਂ ਨਹੀਂ, ਇੰਨੀ ਰਾਤ ਹੋ ਚੁੱਕੀ ਹੈ। ਫਿਰ ਸ਼ਕੁੰਤਲਾ ਜੀ ਤੇਜ਼-ਤੇਜ਼ ਕਦਮਾਂ ਨਾਲ ਚੋਪੜਾ ਜੀ ਦੀ ਦੁਕਾਨ ਵਿੱਚ ਪਹੁੰਚਦੀ ਹੈ ਤਾਂ ਉਹਨਾਂ ਨੇ ਦੱਸਿਆ ਕਿ ਸ਼ਿਵਚੰਦ ਜੀ ਸ਼ੇਰਵਾਨੀ ਦੀ ਡਿਲੀਵਰੀ ਕਰਨ ਲਈ ਗਏ ਹਨ। ਫਿਰ ਸ਼ਕੁੰਤਲਾ ਜੀ ਵੀ ਉੱਥੇ ਪਹੁੰਚ ਜਾਂਦੀ ਹੈ, ਕਿਉਂਕਿ ਵਿਆਹ ਵਾਲੀ ਜਗ੍ਹਾ ਉਹਨਾਂ ਦੇ ਘਰ ਤੋਂ ਜ਼ਿਆਦਾ ਦੂਰ ਨਹੀਂ ਸੀ। ਸ਼ਕੁੰਤਲਾ ਜੀ ਉੱਥੇ ਜਾ ਕੇ ਦੇਖਦੀ ਹੈ ਕਿ ਵਿਆਹ ਵਾਲਾ ਮੁੰਡਾ ਕੋਈ ਹੋਰ ਨਹੀਂ, ਉਸ ਦਾ ਬੇਟਾ ਹੈ, ਤਾਂ ਉਹ ਹੈਰਾਨੀ ਨਾਲ ਦੇਖਦੀ ਰਹਿ ਜਾਂਦੀ ਹੈ ਆਪਣੇ ਬੇਟੇ ਨੂੰ ਦੂल्हे ਦੇ ਰੂਪ ਵਿੱਚ। ਫਿਰ ਉਹ ਸੋਚਦੀ ਹੈ ਕਿ ਲੱਗਦਾ ਹੈ ਸ਼ਿਵਚੰਦ ਜੀ ਇਸ ਲਈ ਘਰ ਨਹੀਂ ਆਏ ਕਿਉਂਕਿ ਵਿਰਾਜ ਦਾ ਵਿਆਹ ਹੋ ਰਿਹਾ ਹੈ। ਫਿਰ ਉਹ ਸ਼ਿਵਚੰਦ ਜੀ ਕੋਲ ਗਈ ਅਤੇ ਕਿਹਾ, ਇਹ ਸਭ ਕੀ ਹੋ ਰਿਹਾ ਹੈ, ਜੋ ਮੈਨੂੰ ਤਾਂ ਕੁਝ ਵੀ ਸਮਝ ਨਹੀਂ ਆ ਰਿਹਾ ਅਤੇ ਤੁਸੀਂ ਇੱਥੇ ਹਾਲੇ ਤੱਕ ਰੁਕੇ ਹੋਏ ਹੋ ਇਸ ਨਲਾਇਕ ਦੇ ਵਿਆਹ ਵਿੱਚ। ਸ਼ਕੁੰਤਲਾ, ਚੰਗਾ ਹੋਇਆ ਕਿ ਤੂੰ ਵੀ ਇੱਥੇ ਆ ਗਈ, ਜਿਸ ਬੇਟੇ ਨੇ ਆਪਾਂ ਨੂੰ ਰਵਾਇਆ, ਤੜਫਾਇਆ ਅਤੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਕੀਤਾ। ਹੁਣ ਦੇਖਣਾ ਤੂੰ ਮੈਂ ਕਿਵੇਂ ਇਸ ਨੂੰ ਸਬਕ ਸਿਖਾਵਾਂਗਾ। ਇੱਧਰ ਮਾਨਸੀ ਫੇਰਿਆਂ ਲਈ ਦੁਲਹਨ ਬਣੀ ਮੰਡਪ 'ਤੇ ਪਹੁੰਚ ਚੁੱਕੀ ਸੀ। ਫੇਰੇ ਜਿਵੇਂ ਹੀ ਸ਼ੁਰੂ ਹੋਏ ਤਾਂ ਸ਼ਿਵਚੰਦ ਜੀ ਨੇ ਕੈਮਰਾਮੈਨ ਨੂੰ ਇਸ਼ਾਰਾ ਕੀਤਾ। ਕੈਮਰਾਮੈਨ, ਜੋ ਕਿ ਵਿਆਹ ਦੀਆਂ ਰਸਮਾਂ ਦੀ ਫਿਲਮ ਬਣਾ ਰਿਹਾ ਸੀ, ਜਿਸ ਨੂੰ ਸ਼ਿਵਚੰਦ ਜੀ ਨੇ ਪਹਿਲਾਂ ਹੀ ਸਭ ਸਮਝਾ ਦਿੱਤਾ ਸੀ। ਸ਼ਿਵਚੰਦ ਜੀ ਅਤੇ ਵਿਰਾਜ ਦੇ ਵਿਚਕਾਰ ਜੋ ਵੀ ਗੱਲਬਾਤ ਹੋਈ, ਉਸ ਕੈਮਰਾਮੈਨ ਨੇ ਸਭ ਆਪਣੇ ਕੈਮਰੇ ਵਿੱਚ ਰਿਕਾਰਡ ਕਰ ਲਿਆ ਅਤੇ ਵਿਰਾਜ ਦੀ ਸਾਰੀ ਸੱਚਾਈ ਸਾਰਿਆਂ ਦੇ ਸਾਹਮਣੇ ਆ ਗਈ। ਵਿਰਾਜ ਅਤੇ ਸ਼ਿਵਚੰਦ ਜੀ ਦੀ ਵੀਡੀਓ ਟੀਵੀ 'ਤੇ ਦਿਖਾਉਣਾ ਸ਼ੁਰੂ ਕਰ ਦਿੱਤਾ, ਜਿਸ ਵਿੱਚ ਵਿਰਾਜ ਇਹ ਕਬੂਲ ਕਰ ਰਿਹਾ ਸੀ ਕਿ ਉਸਨੇ ਕਿਵੇਂ ਮਾਨਸੀ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾਇਆ। ਉਸ ਕਾਲੇ ਰੰਗ ਦੀ ਲੜਕੀ ਨਾਲ ਕੋਈ ਵੀ ਵਿਆਹ ਨਹੀਂ ਕਰਨਾ ਚਾਹੁੰਦਾ ਸੀ। ਮੈਂ ਵੀ ਉਸ ਨੂੰ ਪਿਆਰ ਨਹੀਂ ਕਰਦਾ, ਮੈਂ ਤਾਂ ਬਸ ਸਿਰਫ ਉਸ ਨਾਲ ਵਿਆਹ ਕਰਵਾ ਰਿਹਾ ਹਾਂ, ਉਸ ਦੀ ਦੌਲਤ ਪਾਉਣ ਦੇ ਚੱਕਰ ਵਿੱਚ। ਨਹੀਂ ਤਾਂ ਮੇਰੇ ਵਰਗਾ ਸਮਾਰਟ ਮੁੰਡਾ ਉਸ ਵਰਗੀ ਲੜਕੀ ਵੱਲ ਦੇਖੇ ਵੀ ਨਾ। ਪਿਤਾ ਜੀ, ਮਾਨਸੀ ਮੇਰੀ ਬੌਸ ਦੀ ਇਕਲੌਤੀ ਬੇਟੀ ਹੈ ਅਤੇ ਕੰਪਨੀ ਦੀ ਅੱਧੀ ਮਾਲਕਣ ਹੈ। ਜਦੋਂ ਮਾਨਸੀ ਨੂੰ ਵਿਰਾਜ ਦੀ ਸੱਚਾਈ ਪਤਾ ਲੱਗੀ ਕਿ ਉਹ ਉਸ ਨੂੰ ਪਿਆਰ ਨਹੀਂ ਕਰਦਾ ਅਤੇ ਉਹ ਉਸ ਦੇ ਪੈਸੇ ਦੀ ਵਜ੍ਹਾ ਕਰਕੇ ਉਸ ਨਾਲ ਵਿਆਹ ਕਰਵਾ ਰਿਹਾ ਹੈ, ਤਾਂ ਮਾਨਸੀ ਨੇ 7ਵਾਂ ਫੇਰਾ ਪੂਰਾ ਹੋਣ ਤੋਂ ਪਹਿਲਾਂ ਹੀ ਗਠਬੰਧਨ ਨੂੰ ਅੱਗ ਲਗਾ ਦਿੱਤੀ ਅਤੇ ਵਿਰਾਜ ਦੇ ਮੂੰਹ 'ਤੇ ਇੱਕ ਥੱਪੜ ਜੜ ਦਿੱਤਾ। ਉਹ ਇੱਕ ਜਵਾਲਾਮੁਖੀ ਦੀ ਤਰ੍ਹਾਂ ਭੜਕਣ ਲੱਗੀ। ਵਿਰਾਜ ਕਹਿਣ ਲੱਗਿਆ, ਇਹ ਸਭ ਝੂਠ ਹੈ, ਇਹ ਬੁੱਢਾ ਮੇਰਾ ਪਿਤਾ ਨਹੀਂ ਹੈ ਤੇ ਝੂਠ ਬੋਲ ਰਿਹਾ ਹੈ। ਤਾਂ ਇਹ ਦੇਖ ਕੇ ਉੱਥੇ ਜਿੰਨੇ ਵੀ ਮਹਿਮਾਨ ਮੌਜੂਦ ਸਨ,
ਸਾਰੇ ਹੀ ਉਸ ਦੀ ਗੱਲ 'ਤੇ ਇੱਕ ਥੱਪੜ ਲਗਾਉਂਦੇ ਹਨ। ਵਿਰਾਜ ਪਸੀਨੋ ਪਸੀਨੀ ਹੋ ਜਾਂਦਾ ਹੈ। ਫਿਰ ਸ਼ਿਵਚੰਦ ਜੀ ਅੱਗੇ ਆਉਂਦੇ ਹਨ ਅਤੇ ਮਾਨਸੀ ਨੂੰ ਕਹਿੰਦੇ ਹਨ ਕਿ ਬੇਟੀ, ਮੈਂ ਫੇਰਿਆਂ ਤੋਂ ਪਹਿਲਾਂ ਹੀ ਤੇਰੇ ਕਮਰੇ ਵਿੱਚ ਆਇਆ ਸੀ ਕਿ ਇਸ ਦੀ ਸਾਰੀ ਸੱਚਾਈ ਤੈਨੂੰ ਦੱਸ ਦੇਵਾਂ ਕਿ ਇਹ ਨਲਾਇਕ ਕਿੰਨਾ ਨੀਚੇ ਗਿਰ ਚੁੱਕਿਆ ਹੈ। ਜਦੋਂ ਇਸਨੇ ਆਪਣੇ ਸਕੇ ਮਾਂ-ਬਾਪ ਨੂੰ ਨਹੀਂ ਛੱਡਿਆ ਅਤੇ ਸੜਕ 'ਤੇ ਲਿਆ ਦਿੱਤਾ, ਤਾਂ ਤੂੰ ਕੀ ਚੀਜ਼ ਹੈ? ਇਸ ਦੇ ਲਈ ਤਾਂ ਬਸ ਪੈਸਾ ਹੀ ਸਭ ਕੁਝ ਹੈ, ਪਰ ਤੂੰ ਮੰਡਪ 'ਤੇ ਆ ਚੁੱਕੀ ਸੀ। ਫਿਰ ਵਿਰਾਜ ਕਹਿਣ ਲੱਗਦਾ ਹੈ, ਮਾਨਸੀ, ਤੂੰ ਇਸ ਧੋਖੇਬਾਜ਼ ਇਨਸਾਨ ਦੀਆਂ ਗੱਲਾਂ ਵਿੱਚ ਨਾ ਆ। ਇਹ ਝੂਠ ਬੋਲ ਰਿਹਾ ਹੈ। ਮੈਂ ਤੈਨੂੰ ਸੱਚਾ ਪਿਆਰ ਕਰਦਾ ਹਾਂ ਅਤੇ ਤੈਨੂੰ ਸਾਰੀ ਜ਼ਿੰਦਗੀ ਖੁਸ਼ ਰੱਖੂੰਗਾ। ਮਾਨਸੀ ਕਹਿੰਦੀ ਹੈ, ਵਿਰਾਜ, ਸਰ ਝੂਠ ਨਹੀਂ ਬੋਲ ਰਹੇ ਹਨ। ਸਰ, ਸ਼ਾਇਦ ਤੁਸੀਂ ਮੈਨੂੰ ਪਹਿਚਾਣਿਆ ਨਹੀਂ। ਮੈਂ ਤੁਹਾਡੀ ਵਿਦਿਆਰਥਣ ਰਹਿ ਚੁੱਕੀ ਹਾਂ। ਤੁਹਾਡੀ ਇਮਾਨਦਾਰੀ ਦੇ ਚਰਚੇ ਪੂਰੇ ਸਕੂਲ ਵਿੱਚ ਸਨ। ਮੈਂ ਤਾਂ ਤੁਹਾਨੂੰ ਦੇਖਦੇ ਹੀ ਪਹਿਚਾਣ ਗਈ ਸੀ ਕਿ ਤੁਸੀਂ ਮੇਰੇ ਉਹੀ ਅਧਿਆਪਕ ਹੋ ਜਿਸ ਤੋਂ ਮੈਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ। ਤੁਸੀਂ ਸਕੂਲ ਵਿੱਚ ਮੈਨੂੰ ਪੜ੍ਹਾਇਆ। ਤੁਹਾਡੀ ਹੀ ਦਿੱਤੀ ਹੋਈ ਸਿੱਖਿਆ ਦੇ ਆਧਾਰ 'ਤੇ ਮੈਂ ਇੰਨੀ ਕਾਬਲ ਬਣ ਸਕੀ ਹਾਂ। ਸਰ, ਤੁਹਾਨੂੰ ਯਾਦ ਨਹੀਂ ਹੈ, ਜਦੋਂ ਸਕੂਲ ਦੇ ਸਾਰੇ ਵਿਦਿਆਰਥੀ ਮੇਰੇ ਰੰਗ ਰੂਪ ਨੂੰ ਲੈ ਕੇ ਮੇਰਾ ਮਜ਼ਾਕ ਉਡਾਉਂਦੇ ਸੀ, ਤਾਂ ਤੁਸੀਂ ਹੀ ਮੈਨੂੰ ਸਿਖਾਇਆ ਸੀ ਕਿ ਅਸਲੀ ਸੁੰਦਰਤਾ ਮਨ ਦੀ ਹੁੰਦੀ ਹੈ। ਆਪਣੇ ਆਪ ਨੂੰ ਇਸ ਕਾਬਲ ਬਣਾ ਕਿ ਤੇਰੀ ਬਾਹਰੀ ਸੁੰਦਰਤਾ ਉਸ ਦੇ ਅੱਗੇ ਫਿੱਕੀ ਪੈ ਜਾਵੇ। ਸ਼ਿਵਚੰਦ ਜੀ ਨੂੰ ਕੁਝ ਯਾਦ ਆਉਣ ਲੱਗਿਆ। ਫਿਰ ਸ਼ਿਵਚੰਦ ਜੀ ਨੇ ਕਿਹਾ ਕਿ ਮੇਰਾ ਬੇਟਾ ਮੇਰੇ ਦਿੱਤੇ ਹੋਏ ਸੰਸਕਾਰ ਸਿੱਖ ਨਹੀਂ ਸਕਿਆ। ਉਸਨੇ ਮੇਰੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾ ਦਿੱਤਾ, ਮੈਨੂੰ ਕਿਤੇ ਵੀ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ। ਪਰ ਬੇਟੀ, ਤੂੰ ਮੇਰੇ ਨਾਮ ਨੂੰ ਰੌਸ਼ਨ ਕੀਤਾ, ਇੱਕ ਅਧਿਆਪਕ ਦੀ ਇੱਜ਼ਤ ਰੱਖੀ। ਬੇਟੀ, ਤੂੰ ਹਮੇਸ਼ਾ ਖੁਸ਼ ਰਹਿ। ਸ਼ਿਵਚੰਦ ਜੀ ਨੇ ਮਾਨਸੀ ਨੂੰ ਬਹੁਤ ਸਾਰਾ ਆਸ਼ੀਰਵਾਦ ਦਿੱਤਾ। ਸ਼ਿਵਚੰਦ ਜੀ ਉੱਥੇ ਆਏ ਹੋਏ ਸਾਰੇ ਮਹਿਮਾਨਾਂ ਤੋਂ ਆਪਣੇ ਬੇਟੇ ਦੀ ਤਰਫੋਂ ਮਾਫ਼ੀ ਮੰਗਣ ਲੱਗੇ। ਉਸ ਤੋਂ ਬਾਅਦ ਮਾਨਸੀ ਨੇ ਵਿਰਾਜ ਨੂੰ ਠੱਗੀ ਧੋਖਾ ਫਰੇਬ ਦੇ ਆਰੋਪ ਵਿੱਚ ਜੇਲ੍ਹ ਭਿਜਵਾ ਦਿੱਤਾ ਅਤੇ ਵਿਰਾਜ ਨੂੰ ਕਿਹਾ ਕਿ ਮੈਂ ਤੈਨੂੰ ਤੇਰੀ ਅਸਲੀ ਜਗ੍ਹਾ 'ਤੇ ਭੇਜ ਰਹੀ ਹਾਂ। ਹੁਣ ਤੂੰ ਉੱਥੇ ਹੀ ਆਪਣੀ ਸੁਹਾਗਰਾਤ ਮਨਾ। ਫਿਰ ਵਿਰਾਜ ਆਪਣੇ ਪਿਤਾ ਤੋਂ ਹੱਥ ਜੋੜ ਕੇ ਮਾਫ਼ੀ ਮੰਗਣ ਲੱਗਿਆ ਅਤੇ ਕਿਹਾ, ਪਿਤਾ ਜੀ, ਮੇਰੇ ਵਰਗੇ ਬੇਕਾਰ ਬੇਟੇ ਨੂੰ ਮਾਫ਼ੀ ਮੰਗਣ ਦਾ ਹੱਕ ਤਾਂ ਨਹੀਂ ਹੈ, ਪਰ ਮੈਂ ਮਾਫ਼ੀ ਮੰਗ ਰਿਹਾ ਹਾਂ। ਜੇ ਹੋ ਸਕੇ ਤਾਂ ਮੈਨੂੰ ਮਾਫ਼ ਕਰ ਦੇਣਾ। ਮੈਂ ਆਪਣੇ ਕੀਤੇ 'ਤੇ ਬਹੁਤ ਪਛਤਾ ਰਿਹਾ ਹਾਂ। ਪਰ ਸ਼ਿਵਚੰਦ ਜੀ ਅਤੇ ਸ਼ਕੁੰਤਲਾ ਜੀ ਉਸ ਨੂੰ ਕਦੋਂ ਦੇ ਆਪਣੇ ਦਿਲ ਅਤੇ ਦਿਮਾਗ ਵਿੱਚੋਂ ਕੱਢ ਚੁੱਕੇ ਸਨ। ਫਿਰ ਉਹ ਦੋਵੇਂ ਆਪਣੇ ਘਰ ਵਾਪਸ ਆ ਗਏ ਅਤੇ ਸ਼ਕੁੰਤਲਾ ਜੀ ਦੀ ਕਾਬਲੀਅਤ ਖੂਬ ਰੰਗ ਲਿਆਈ ਅਤੇ ਉਸ ਦੀ ਦਿਨ ਬ ਦਿਨ ਤਰੱਕੀ ਹੁੰਦੀ ਗਈ। ਅੱਜ ਉਹਨਾਂ ਕੋਲ ਇੱਕ ਚੰਗਾ ਘਰ, ਗੱਡੀ, ਸਭ ਕੁਝ ਹੈ। ਉਹ ਦੋਵੇਂ ਜ਼ਰੂਰਤਮੰਦਾਂ ਦੀ ਅਤੇ ਗਰੀਬਾਂ ਦੀ ਸੇਵਾ ਕਰਦੇ ਹਨ। ਇਹੀ ਉਹਨਾਂ ਦੇ ਜੀਵਨ ਦਾ ਉਦੇਸ਼ ਹੈ, ਕਿਉਂਕਿ ਸ਼ਿਵਚੰਦ ਜੀ ਕਦੇ ਵੀ ਪੈਸਿਆਂ ਦੇ ਪਿੱਛੇ ਨਹੀਂ ਭੱਜੇ ਅਤੇ ਅੱਜ ਤੱਕ ਉਹਨਾਂ ਨੇ ਸਾਦਗੀ ਭਰਿਆ ਜੀਵਨ ਬਤੀਤ ਕੀਤਾ ਹੈ। ਦੋਸਤੋ, ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਇਹੋ ਜਿਹੇ ਨਲਾਇਕ ਬੇਟੇ ਨੂੰ, ਜਿਸ ਨੇ ਆਪਣੇ ਮਾਂ-ਬਾਪ ਨੂੰ ਸੜਕ 'ਤੇ ਲਿਆ ਦਿੱਤਾ, ਉਸ ਨੂੰ ਮਾਫ਼ ਕਰਨਾ ਚਾਹੀਦਾ ਸੀ ਜਾਂ ਨਹੀਂ। ਦੋਸਤੋ, ਜੇ ਕਹਾਣੀ ਚੰਗੀ ਲੱਗੀ ਤਾਂ ਲਾਈਕ, ਸ਼ੇਅਰ, ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਜਲਦ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਅਤੇ ਦਿਲਚਸਪ ਕਹਾਣੀ ਦੇ ਨਾਲ। ਅਤੇ ਤੁਹਾਡਾ ਕਹਾਣੀ ਦੇਖਣ ਲਈ ਦਿਲ ਤੋਂ ਧੰਨਵਾਦ ਜੀ।